ਤੁਕ ਮਹਿਲਾ ਤੀਜਾ। ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਏ। ਹਰ ਸੁਖ ਪੱਲਰ ਤਿਆਗਿਆ, ਨਾਮ ਵਿਸਾਰ ਦੁਖ ਪਾਏ। ਤ੍ਰਿਗ ਦਾ ਮਤਲਬ ਫਿਟਕਾਰ ਯੋਗ, ਦੂਜੇ ਭਾਵ ਕੀ ਦਾ ਮਤਲਬ ਪ੍ਰਭੂ ਨੂੰ ਛੱਡ ਕੇ, ਰੱਬੀ ਗੁਣਾਂ ਨੂੰ ਛੱਡ ਕੇ ਹੋਰ ਵਿਕਾਰਾਂ ਆਦਿਕ ਦੀ ਜੋ ਪ੍ਰੀਤ ਹੈ, ਮਾਇਆ ਦੀ ਜੋ ਪ੍ਰੀਤ ਹੈ, ਉਹਦੇ ਨਾਲ ਪਿਆਰ ਲਾਣਾ। ਮੋਹ ਮਾਇਆ ਚਿਤ ਲਾਏ, ਜੋ ਮਾਇਆ ਦੇ ਮੋਹ ਦੇ ਅੰਦਰ ਚਿਤ ਲਾਣਾ ਹੈ। ਤੇ ਮਾਇਆ ਦਾ ਮਤਲਬ ਸਿਰਫ ਧਨ ਦੌਲਤ ਨਹੀਂ। ਮਾਇਆ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਰਹੇ ਹਾਂ ਕਿ ਉਹ ਸੋਚ ਜੋ ਸਾਨੂੰ ਰੱਬ ਨਾਲੋਂ ਤੋੜਦੀ ਹੈ, ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਤੇ ਹੋਰ ਵਿਕਾਰ ਪੈਦਾ ਕਰਦੀ ਹੈ, ਉਹ ਸੋਚ ਜੋ ਸਾਨੂੰ ਅੰਦਰੋਂ ਬਾਹਰੋਂ ਇੱਕ ਨਹੀਂ ਹੋਣ ਦਿੰਦੀ, ਉਹ ਸੋਚ ਦਾ ਨਾਮ ਮਾਇਆ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਆਪਣਾ ਚਿੱਤ ਜੋੜਦਾ ਹੈ, ਉਹਦੀ ਇਹ ਮਾਇਆ ਨਾਲ ਪਿਆਰ ਵਧਾਉਣ ਵਾਲੀ ਆਸ ਉਹਦੇ ਵਾਸਤੇ ਫਿਟਕਾਰ ਖੱਟਣ ਵਾਲੀ ਹੈ। ਯਾਨੀ ਉਹਦੀ ਬੇਇੱਜ਼ਤੀ ਹੁੰਦੀ ਹੈ, ਉਹਨੂੰ ਨਮੋਸ਼ੀ ਮਿਲਦੀ ਹੈ, ਲਾਨਤਯੋਗ ਹੈ ਉਹ ਜ਼ਿੰਦਗੀ ਜੋ ਸ਼ੁਭ ਗੁਣਾਂ ਨੂੰ ਛੱਡ ਕੇ ਤੇ ਵਿਕਾਰਾਂ ਔਰ ਪਾਪਾਂ ਦੇ ਨਾਲ ਜੁੜਦੀ ਹੈ। ਉਹ ਸੋਚ ਜਿਹੜੀ ਚੰਗੀ ਨਹੀਂ ਹੈ, ਉਹ ਠੀਕ ਨਹੀਂ ਹੈ, ਜਿਹੜੀ ਸ਼ੁਭ ਗੁਣਾਂ ਨੂੰ ਛੱਡ ਕੇ, ਰੱਬੀ ਗੁਣਾਂ ਨੂੰ ਛੱਡ ਕੇ ਵਿਕਾਰਾਂ ਵਾਲੇ ਪਾਸੇ ਪ੍ਰੇਰਦੀ ਹੈ। ਉਹ ਜੀਵਨ, ਉਹ ਸੋਚ ਫਿਟਕਾਰਯੋਗ ਹੈ। ਕਿਉਂਕਿ ਹਰ ਸੁਖ ਪੱਲਰ ਤਿਆਗਿਆ, ਨਾਮ ਵਿਸਾਰ ਦੁਖ ਪਾਏ। ਇੱਥੇ ਪੱਲਰ ਦਾ ਮਤਲਬ ਹੈ ਪਰਾਲੀ, ਵਿਸਾਰ ਦਾ ਮਤਲਬ ਭੁਲਾ ਕੇ, ਹਰ ਸੁਖ ਦਾ ਮਤਲਬ ਜੋ ਰੱਬੀ ਗੁਣਾਂ ਦਾ ਰਸ ਹੈ, ਰੱਬੀ ਗੁਣਾਂ ਦਾ ਸੁਖ ਹੈ। ਮਿਸਾਲ ਵਜੋਂ ਜੇ ਕੋਈ ਇਨਸਾਨ ਸੱਚ ਬੋਲਦਾ ਹੈ, ਪਿਆਰ ਨਾਲ ਰਹਿੰਦਾ ਹੈ, ਨਿਰਭੈਤਾ ਨਿਰਵੈਰਤਾ ਵਾਲੀ ਜ਼ਿੰਦਗੀ ਜੀਂਦਾ ਹੈ, ਮਨ ਬਚਨ ਕਰਮ ਕਰਕੇ ਸ਼ੁਭ ਗੁਣਾਂ ਦਾ ਧਾਰਨੀ ਹੈ, ਤਾਂ ਇਹਨਾਂ ਸ਼ੁਭ ਗੁਣਾਂ ਦੇ ਨਾਲ ਸੁਖ ਮਿਲੇਗਾ, ਰਸ ਮਿਲੇਗਾ। ਇਸੇ ਨੂੰ ਹਰੀ ਦਾ ਸੁਖ ਕਹਿ ਰਹੇ ਨੇ। ਰੱਬੀ ਗੁਣਾਂ ਤੋਂ ਜੋ ਪ੍ਰਾਪਤ ਸੁਖ ਹੈ, ਉਹਨੂੰ ਪਰਾਲੀ ਦੇ ਬਦਲੇ ਤਿਆਗ ਦਿੰਦਾ ਹੈ। ਹਰ ਸੁਖ ਪੱਲਰ ਤਿਆਗਿਆ, ਪੱਲਰ ਦਾ ਮਤਲਬ ਪਰਾਲੀ ਦੇ ਬਦਲੇ। ਜੇ ਹੁਣ ਮੰਨ ਲਓ ਕਿਸੇ ਦੇ ਕੋਲ ਹੀਰੇ ਹੋਣ ਤੇ ਬੰਦਾ ਉਹਨੂੰ ਕਵੇ ਵੀ ਤੇਰੇ ਕੋਲ 4 ਹੀਰੇ ਨੇ ਤੇ ਇਹਦੇ ਬਦਲੇ 10 ਪੰਡਾ ਪਰਾਲੀ ਲੈ ਲੈ ਤੇ ਹੀਰੇ ਮੈਨੂੰ ਦੇ ਦੇ, ਤੇ ਉਹ ਪਰਾਲੀ ਦੀਆਂ 10 ਪੰਡਾਂ ਦੇ ਬਦਲੇ ਵੀ ਵੱਡਾ ਸਾਰਾ ਢੇਰ ਤੇ ਹੀਰੇ ਦੇ ਦੇਵੇ, ਤਾਂ ਉਹਨੂੰ ਮੂਰਖਤਾ ਕਿਹਾ ਜਾਏਗਾ ਨਾ। ਇਸੇ ਤਰ੍ਹਾਂ ਹਰੀ ਦਾ ਸੁਖ ਕੀ ਹੈ? ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਗੁਣਾਂ ਤੋਂ ਪੈਦਾ ਹੋਇਆ ਸੁਖ। ਤੇ ਪਰਾਲੀ ਕੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ ਆਦਿਕ ਵਿਕਾਰਾਂ ਤੋਂ ਪੈਦਾ ਹੋਇਆ ਦੁੱਖ। ਤਾਂ ਇਹਨਾਂ ਵਿਕਾਰਾਂ ਦੇ ਬਦਲੇ ਮਨੁੱਖ ਰੱਬੀ ਗੁਣਾਂ ਦੇ ਸੁਖ ਨੂੰ ਤਿਆਗ ਦਿੰਦਾ ਹੈ। ਨਾਮ ਵਿਸਾਰ ਦੁਖ ਪਾਏ। ਨਾਮ ਦਾ ਮਤਲਬ ਰੱਬ ਦੀ ਸਿਫਤ ਸਲਾਹ। ਰੱਬੀ ਸਿਫਤ ਸਲਾਹ ਨੂੰ ਵਿਸਾਰ ਕੇ ਮਨੁੱਖ ਹਮੇਸ਼ਾ ਦੁੱਖ ਪਾਉਂਦਾ ਹੈ। ਤਾਂ ਜੀਵਨ ਫਿਟਕਾਰਯੋਗ ਹੀ ਹੋ ਗਿਆ ਨਾ। ਇਸ ਜੀਵਨ ਦਾ ਲਾਭ ਕੀ ਹੈ ਕਿ ਜਦੋਂ ਬੰਦਾ ਗੁਣਾਂ ਦਾ ਧਾਰਨੀ ਹੋ ਸਕਦਾ ਹੋਵੇ, ਗੁਣਾਂ ਨੂੰ ਯੂਜ਼ ਕਰ ਸਕਦਾ ਹੋਵੇ, ਆਪ ਵੀ ਸੁਖੀ ਰਹਿ ਸਕਦਾ ਹੋਵੇ, ਦੂਜਿਆਂ ਨੂੰ ਵੀ ਸੁਖ ਦੇ ਸਕਦਾ ਹੋਵੇ, ਐਸੀ ਸੰਭਾਵਨਾ ਇਨਸਾਨ ਦੇ ਅੰਦਰ ਹੋਵੇ, ਲੇਕਿਨ ਉਹ ਬੰਦਾ ਸੁੱਖਾਂ ਦੀ ਬਜਾਏ ਦੁੱਖ ਪਾਏ, ਦੂਜਿਆਂ ਨੂੰ ਵੀ ਦੁਖੀ ਕਰੇ, ਤਾਂ ਐਸੇ ਇਨਸਾਨ ਨੂੰ ਠੀਕ ਨਹੀਂ ਕਿਹਾ ਜਾ ਸਕਦਾ। ਗੁਰੂ ਜੀ ਕਹਿੰਦੇ ਨੇ ਕਿਉਂਕਿ ਮਨੁੱਖ ਪ੍ਰਭੂ ਦੇ ਗੁਣਾਂ ਦਾ ਆਨੰਦ ਪਰਾਲੀ ਦੇ ਵੱਟੇ ਤਿਆਗਦਾ ਹੈ ਔਰ ਪ੍ਰਭੂ ਦੀ ਸਿਫਤ ਸਲਾਹ ਨੂੰ ਤਿਆਗ ਕੇ ਹਮੇਸ਼ਾ ਹਮੇਸ਼ਾ ਦੁੱਖ ਪਾਉਂਦਾ ਹੈ। ਮਨਮੁਖ ਅਗਿਆਨੀ ਅੰਧੁਲੇ, ਜਨਮ ਮਰਹਿ ਫਿਰ ਆਵੇ ਜਾਏ। ਮਨਮੁਖ ਦਾ ਮਤਲਬ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅਗਿਆਨੀ ਦਾ ਮਤਲਬ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ। ਅੰਧੁਲੇ ਦਾ ਮਤਲਬ ਅੰਨੇ, ਜਿਨ੍ਹਾਂ ਨੂੰ ਜੀਵਨ ਦਾ ਸਹੀ ਰਾਸਤਾ ਨਹੀਂ ਸੁਝਦਾ। ਜਨਮ ਮਰੇ ਦਾ ਮਤਲਬ ਜੰਮਦੇ ਨੇ ਔਰ ਮਰ ਜਾਂਦੇ ਨੇ। ਫਿਰ ਦਾ ਮਤਲਬ ਮੁੜ ਕੇ, ਆਵੇ ਜਾਏ ਦਾ ਮਤਲਬ ਭਟਕਦੇ ਨੇ। ਯਾਨੀ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਿਕ ਜੀਵਨ ਤੋਂ ਸੱਖਣੇ, ਇਸ ਜ਼ਿੰਦਗੀ ਦੇ ਅੰਦਰ ਜੰਮਦੇ ਨੇ ਔਰ ਮੌਤ ਆਉਣ ਤੇ ਮਰ ਜਾਂਦੇ ਨੇ। ਬਾਕੀ ਜੋ ਵਿਚਕਾਰ ਸਮਾਂ ਮਿਲਦਾ ਹੈ, ਆਵੇ ਜਾਏ ਦਾ ਮਤਲਬ ਭਟਕਦੇ ਰਹਿੰਦੇ ਨੇ। ਸਾਰੀ ਜ਼ਿੰਦਗੀ ਹੀ ਭਟਕਦਿਆਂ ਹੋਇਆਂ ਗੁਜ਼ਾਰਦੇ ਨੇ। ਏਮਲੈਸ ਜ਼ਿੰਦਗੀ ਹੁੰਦੀ ਹੈ ਉਹਨਾਂ ਦੀ। ਉਹਨਾਂ ਦੇ ਜੀਵਨ ਦਾ ਕੋਈ ਉੱਚਾ ਸੁੱਚਾ ਗੋਲ ਨਹੀਂ ਹੁੰਦਾ। ਚੰਦ ਕੁ ਲੋਕ ਨੇ ਇਸ ਦੁਨੀਆ ਵਿੱਚ ਜਿਨ੍ਹਾਂ ਦੀ ਜ਼ਿੰਦਗੀ ਦਾ ਉੱਚਾ ਗੋਲ ਹੈ, ਜੋ ਸਚਿਆਰਤਾ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾਉਂਦੇ ਨੇ, ਆਪਣੀ ਮੰਜ਼ਿਲ ਬਣਾਉਂਦੇ ਨੇ।
ਜਿਨ੍ਹਾਂ ਦੇ ਜੀਵਨ ਦਾ ਮਨੋਰਥ ਬੜਾ ਉੱਚਾ ਹੈ ਔਰ ਉਸ ਮਨੋਰਥ ਵਾਸਤੇ ਕੰਮ ਕਰ ਰਹੇ ਨੇ, ਆਪਣੇ ਗੋਲ ਵਾਸਤੇ ਕੰਮ ਕਰ ਰਹੇ ਨੇ, ਬਾਕੀ ਆਵੇ ਜਾਏ ਦਾ ਮਤਲਬ ਭਟਕ ਰਹੇ ਨੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਆਪ ਹੁਦਰੇ ਲੋਕ ਆਤਮਿਕ ਜੀਵਨ ਦੀ ਸੂਝ ਤੋਂ ਸਖਣੇ ਰਹਿੰਦੇ ਨੇ, ਉਹਨਾਂ ਨੂੰ ਜੀਵਨ ਦਾ ਸਹੀ ਰਾਸਤਾ ਨਹੀਂ ਦਿਸਦਾ, ਇਸ ਕਰਕੇ ਉਹ ਜੰਮਦੇ ਨੇ ਔਰ ਮਰ ਜਾਂਦੇ ਨੇ ਔਰ ਜੀਵਨ ਦੇ ਅੰਦਰ ਉਹ ਭਟਕਦੇ ਰਹਿੰਦੇ ਨੇ, ਉਹਨਾਂ ਨੂੰ ਕਦੇ ਵੀ ਟਿਕਾਵ ਔਰ ਸੁਖ ਸ਼ਾਂਤੀ ਨਹੀਂ ਮਿਲਦੀ। ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਏ। ਸਿੱਧ ਦਾ ਮਤਲਬ ਕਾਮਯਾਬੀ, ਨਾ ਹੋਵਨੀ ਦਾ ਮਤਲਬ ਨਹੀਂ ਹੁੰਦੀਆਂ, ਅੰਤ ਦਾ ਮਤਲਬ ਆਖਿਰ ਨੂੰ। ਪ੍ਰਭੂ ਨੂੰ ਵਿਸਾਰ ਕੇ, ਰੱਬੀ ਗੁਣਾਂ ਨੂੰ ਭੁਲਾ ਕੇ, ਰੱਬੀ ਹੁਕਮ ਨੂੰ ਛੱਡ ਕੇ ਮਨਮੁਖ ਨੇ ਹੋਰ ਕਈ ਧੰਦੇ ਸਹੇੜੇ ਹੁੰਦੇ ਨੇ, ਝੂਠ ਫਰੇਬ ਦੇ, ਵਿਕਾਰਾਂ ਦੇ, ਪਾਪਾਂ ਦੇ, ਔਰ ਇਸ ਤੋਂ ਇਲਾਵਾ ਜਿੰਨੇ ਵੀ ਆ ਧਾਰਮਿਕ ਤੌਰ ਤੇ ਮਿੱਥੇ ਹੋਏ ਕਰਮ ਕਾਂਡ ਨੇ ਉਹਨਾਂ ਦੇ। ਪਰ ਗੁਰੂ ਜੀ ਕਹਿੰਦੇ ਨੇ ਉਹਨੂੰ ਕਿਤੇ ਵੀ ਕਾਮਯਾਬੀ ਨਹੀਂ ਮਿਲਦੀ, ਆਖਿਰ ਇਥੋਂ ਪਛਤਾਉਂਦਾ ਹੋਇਆ ਚਲਾ ਜਾਂਦਾ ਹੈ, ਉਹਦਾ ਜੀਵਨ ਖਤਮ ਹੋ ਜਾਂਦਾ ਹੈ, ਉਹਦੀ ਮੌਤ ਆ ਜਾਂਦੀ ਹੈ, ਲੇਕਿਨ ਉਹਨੂੰ ਜੀਵਨ ਵਿੱਚ ਕਾਮਯਾਬੀ ਨਹੀਂ ਮਿਲਦੀ, ਜੀਵਨ ਦੇ ਅੰਦਰ ਉਹ ਸਫਲ ਨਹੀਂ ਹੁੰਦਾ ਜਿਨਨੇ ਰੱਬੀ ਹੁਕਮ ਨੂੰ ਭੁਲਾਇਆ ਹੈ, ਜਿਨਨੇ ਰੱਬੀ ਗੁਣਾਂ ਨੂੰ ਭੁਲਾਇਆ ਹੈ। ਹੁਣ ਕਾਮਯਾਬੀ ਕਿਉਂ ਨਹੀਂ ਹੁੰਦੀ? ਕਾਮਯਾਬੀ ਕੀ ਹੈ? ਕਾਮਯਾਬੀ ਇਹੀ ਹੈ ਨਾ ਕਿ ਸਾਡੀ ਜ਼ਿੰਦਗੀ ਵਿੱਚ ਸਾਨੂੰ ਸੁੱਖ ਮਿਲੇ, ਖੁਸ਼ੀ ਮਿਲੇ, ਜਿਹੜਾ ਕਾਰਜ ਅਸੀਂ ਕਰੀਏ ਉਸ ਕਾਰਜ ਦੇ ਵਿੱਚੋਂ ਸਾਨੂੰ ਖੁਸ਼ੀ ਮਿਲੇ, ਮਾਣ ਮਿਲੇ, ਸਤਿਕਾਰ ਮਿਲੇ, ਆਦਰ ਮਿਲੇ, ਵਿਕਾਰਾਂ ਤੋਂ ਅਸੀਂ ਮੁਕਤ ਹੋ ਕੇ ਜ਼ਿੰਦਗੀ ਜੀ ਸਕੀਏ। ਲੇਕਿਨ ਇਹੋ ਜਿਹੀ ਕਾਮਯਾਬੀ ਸੱਚ ਨੂੰ ਭੁਲਾ ਕੇ ਹੁੰਦੀ ਨਹੀਂ। ਕਿੰਨੇ ਲੋਕ ਨੇ ਜੋ ਧਾਰਮਿਕ ਕਰਮਕਾਂਡ ਆਦਿਕ ਕਰਦੇ ਨੇ, ਚਾਹੇ ਉਹ ਤੀਰਥ ਯਾਤਰਾਵਾਂ ਨੇ, ਵਰਤ ਸਰਾਧੇ ਆਦਿਕ ਨੇ, ਲੇਕਿਨ ਇਹਨਾਂ ਕਰਮਾਂ ਦੇ ਨਾਲ ਕਦੇ ਵੀ ਜੀਵਨ ਦੇ ਅੰਦਰ ਸੁੱਖ ਸ਼ਾਂਤੀ ਨਹੀਂ ਮਿਲੀ। ਜਿਵੇਂ ਅੱਜ ਹੁਣ ਆਪਾਂ ਦੀਵਾਲੀ ਦੀ ਗੱਲ ਹੀ ਥੋੜੀ ਦੇਰ ਪਹਿਲਾਂ ਕਰ ਰਹੇ ਸਾਂ, ਤਾਂ ਕਿੰਨੇ ਲੋਕ ਨੇ ਜੋ ਦੀਵੇ ਜਗਾਣਗੇ, ਫੁੱਲ ਝੜੀਆਂ ਚਲਾਣਗੇ ਜਾਂ ਹੋਰ ਇਹ ਕਾਰਜ ਕਰਨਗੇ। ਹੁਣ ਬਾਹਰ ਤਾਂ ਚਾਨਣਾ ਹੋਏਗਾ, ਦੀਵੇ ਜਗਾਓਗੇ ਬਾਹਰ ਚਾਨਣਾ ਹੋਏਗਾ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦੀਵੇ ਛੱਡ ਕੇ ਬਹੁਤ ਵੱਡੇ ਵੱਡੇ ਸੂਰਜ ਔਰ ਚੰਦਰਮਾ ਵੀ ਚੜੇ ਹੋਣ ਤਾਂ ਗਿਆਨ ਤੋਂ ਬਿਨਾ, ਆਤਮਿਕ ਜੀਵਨ ਦੀ ਸੂਝ ਤੋਂ ਬਿਨਾ ਤਾਂ ਬੰਦਾ ਅੰਦਰ ਤਾਂ ਹਨੇਰਾ ਹੀ ਰਹੇਗਾ ਨਾ। ਜੇ 100 ਚੰਦਾ ਉਗਵੇਂ, ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਬਾਹਰ ਕਿੰਨਾ ਚਾਨਣਾ ਹੈ, ਸੂਰਜ ਹੈ, ਚੰਦਰਮਾ ਹੈ, ਦੀਵੇ ਨੇ, ਬਲਬ ਨੇ, ਟਿਊਬ ਲਾਈਟਾਂ ਨੇ, ਕਿੰਨਾ ਸਾਰਾ ਚਾਨਣਾ, ਪਰ ਇਹ ਚਾਨਣ ਹੁੰਦਿਆਂ ਹੋਇਆਂ ਵੀ ਬੰਦਾ ਆਤਮਿਕ ਤੌਰ ਤੇ ਗੁਣਾਂ ਤੋਂ ਸਖਣਾ ਹੈ ਤਾਂ ਜੀਵਨ ਦੇ ਅੰਦਰ ਚਾਨਣ ਚਾਹੀਦਾ ਹੈ, ਅੰਦਰ ਗਿਆਨ ਚਾਹੀਦਾ ਹੈ, ਅੰਦਰ ਸੂਝ ਚਾਹੀਦੀ ਹੈ, ਅੰਦਰ ਸਮਝ ਚਾਹੀਦੀ ਹੈ, ਕਾਮਨ ਸੈਂਸ ਚਾਹੀਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੇ ਰੱਬੀ ਗੁਣਾਂ ਨੂੰ ਵਿਸਾਰ ਦਿੱਤਾ ਜਾਏ ਤਾਂ ਬੰਦਾ ਜੀਵਨ ਦੇ ਅੰਦਰ ਸਫਲ ਨਹੀਂ ਹੁੰਦਾ, ਸਗੋਂ ਅੰਤ ਨੂੰ ਇਥੋਂ ਪਛਤਾਉਂਦਾ ਹੋਇਆ ਚਲਾ ਜਾਂਦਾ ਹੈ। ਜਿਸ ਕਰਮ ਹੋਵੇ ਤੇ ਸਤਿਗੁਰ ਮਿਲੇ, ਸੋ ਹਰ ਹਰ ਨਾਮ ਤੇ ਆਏ। ਜਿਸ ਕਰਮ ਦਾ ਮਤਲਬ ਬਖਸ਼ਿਸ਼, ਤੇ ਸਤਿਗੁਰ ਮਿਲੇ ਉਹਨੂੰ ਗੁਰੂ ਮਿਲਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਮਨੁੱਖ ਤੇ ਪ੍ਰਭੂ ਦੀ ਮਿਹਰ ਹੁੰਦੀ ਹੈ, ਯਾਨੀ ਜੋ ਮਿਹਰ ਦਾ ਪਾਤਰ ਬਣਦਾ ਹੈ, ਉਹਨੂੰ ਗੁਰੂ ਮਿਲਦਾ ਹੈ। ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਂਦਾ ਹੈ, ਉਹ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਂਦਾ ਹੈ। ਤੇ ਫਿਰ ਉਹ ਕੀ ਕਰਦਾ ਹੈ? ਸੋ ਹਰ ਹਰ ਨਾਮ ਧਿਆਏ। ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਧਿਆਏ ਦਾ ਮਤਲਬ ਉਹਨੂੰ ਯਾਦ ਰੱਖਦਾ ਹੈ, ਕਰਦਾ ਹੈ, ਆਪਣੇ ਜੀਵਨ ਵਿੱਚ ਵਸਾਉਂਦਾ ਹੈ, ਧਿਆਨ ਵਿੱਚ ਵਸਾਉਂਦਾ ਹੈ। ਤਾਂ ਉਹ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਰੱਬੀ ਗੁਣਾਂ ਨੂੰ ਆਪਣੇ ਚੇਤੇ ਦੇ ਅੰਦਰ ਵਸਾਉਂਦਾ ਹੈ, ਉਹ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਇੰਪਲੀਮੈਂਟ ਕਰਦਾ ਹੈ। ਕੌਣ? ਜਿਹਨੂੰ ਗੁਰੂ ਮਿਲਦਾ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ। ਤਾਂ ਇਹਦਾ ਭਾਵ ਇਹ ਹੋਇਆ ਕਿ ਜੇ ਅਸੀਂ ਰੱਬ ਦੀ ਰਹਿਮਤ ਦੇ ਪਾਤਰ ਬਣਨਾ ਚਾਹੁੰਦੇ ਹਾਂ, ਜੇ ਅਸੀਂ ਸ਼ੁਭ ਗੁਣਾਂ ਦੇ ਨਾਲ ਜੁੜਨਾ ਚਾਹੁੰਦੇ ਹਾਂ, ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨਾ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਇੱਕ ਹੀ ਰਾਸਤਾ ਹੈ ਕਿ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੀਏ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਗਿਆਨ ਦੇ ਚਾਨਣੇ ਵਿੱਚ ਆਪਣੇ ਜੀਵਨ ਨੂੰ ਗੁਜ਼ਾਰੀਏ। ਨਾਮ ਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿਨ ਬਲ ਜਾਏ। ਨਾਮ ਦਾ ਮਤਲਬ ਜੋ ਰੱਬੀ ਸਿਫਤ ਸਲਾਹ ਦੇ ਵਿੱਚ ਰੰਗੇ ਹੋਏ ਨੇ, ਰੱਤੇ ਦਾ ਮਤਲਬ ਰੰਗੇ ਹੋਏ ਨੇ, ਪਾਇਨ ਦਾ ਮਤਲਬ ਪਾਉਂਦੇ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਇਨਸਾਨ ਪ੍ਰਭੂ ਦੀ ਸਿਫਤ ਸਲਾਹ ਦੇ ਪ੍ਰੇਮ ਦੇ ਅੰਦਰ ਰੰਗੇ ਹੋਏ ਨੇ, ਉਹ ਆਤਮਿਕ ਆਨੰਦ ਮਾਣਦੇ ਨੇ।
ਆਤਮਕ ਖੁਸ਼ੀ ਮਾਣਦੇ ਨੇ, ਉਹਨਾਂ ਦੇ ਅੰਦਰ ਆਤਮਕ ਖੇੜਾ ਹੈ, ਉਹ ਮਨ ਸਰੀਰ ਕਰਕੇ ਬੁੱਧ ਕਰਕੇ ਮਾਨਸਿਕ ਤੌਰ ਤੇ ਸ਼ਾਂਤ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਸੰਤੋਖ ਹੈ ਔਰ ਉਹਨਾਂ ਦੇ ਜੀਵਨ ਵਿੱਚ ਪਿਆਰ ਮੁਹੱਬਤ ਆਦਿਕ ਹੈ, ਜਿਨ੍ਹਾਂ ਨੇ ਆਪਣੇ ਆਪੇ ਨੂੰ ਆਪਣੀ ਸੋਚ ਨੂੰ ਰੱਬੀ ਗੁਣਾਂ ਦੇ ਨਾਲ ਰੰਗਿਆ ਹੈ, ਉਹ ਸੁਖ ਪਾਉਂਦੇ ਨੇ। ਨਾਨਕ ਜਨ ਨਾਨਕ ਤਿਨ ਬਲ ਜਾਏ, ਗੁਰੂ ਜੀ ਕਹਿੰਦੇ ਨੇ ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਉਹਨਾਂ ਤੋਂ ਕੁਰਬਾਨ ਜਾਂਦਾ ਹੈ, ਉਹਨਾਂ ਤੋਂ ਵਾਰਨੇ ਸਦਕੇ ਜਾਂਦਾ ਹੈ। ਉਹ ਮਹਾਨ ਇਨਸਾਨ ਨੇ ਜਿਨ੍ਹਾਂ ਨੇ ਆਪਣਾ ਆਪਾ ਰੱਬੀ ਗੁਣਾਂ ਦੇ ਨਾਲ ਰੰਗਿਆ ਹੋਇਆ ਹੈ, ਉਹ ਹਮੇਸ਼ਾ ਆਤਮਿਕ ਸੁਖ ਮਾਣਦੇ ਨੇ। ਮਹਿਲਾ ਤੀਜਾ, ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ। ਮਨਸਾ ਦਾ ਮਤਲਬ ਹੁੰਦਾ ਹੈ ਮਨ ਦੇ ਫੁਰਨੇ, ਜੋ ਹਰ ਵੇਲੇ ਮਾਇਆ ਦੀ ਹੀ ਚਿਤਵਨੀ ਲੱਗੀ ਰਹਿਣੀ ਹੈ। ਮਾਇਆ ਦਾ ਮਤਲਬ ਜਿਹੜੀ ਮਾਇਆ ਵਾਲੀ ਸੋਚ ਹੈ। ਜਗ ਦਾ ਮਤਲਬ ਜਗਤ ਵਿੱਚ, ਜਿਨ ਦਾ ਮਤਲਬ ਜਿਸ ਨੇ। ਹਰ ਵੇਲੇ ਮਾਇਆ ਦੀ ਆਸ, ਹਰ ਵੇਲੇ ਮਾਇਆ ਦੀ ਚਿਤਵਨੀ ਜਗਤ ਵਿੱਚ ਜੀਵਾਂ ਨੂੰ ਮੋਹ ਰਹੀ ਹੈ ਤੇ ਇਸ ਨੇ ਸਾਰੇ ਜਗਤ ਨੂੰ ਆਪਣੇ ਵਸ ਦੇ ਵਿੱਚ ਕੀਤਾ ਹੋਇਆ ਹੈ। ਮਾਇਆ ਦੀ ਚਿਤਵਨੀ, ਮਾਇਆ ਦੀ ਆਸ, ਇਹਨੇ ਜਗਤ ਨੂੰ ਮੋਹਿਆ ਹੋਇਆ ਹੈ ਔਰ ਹਰ ਬੰਦਾ ਇਹਦੇ ਵਸ ਦੇ ਵਿੱਚ ਹੈ। ਤੇ ਮਾਇਆ ਨੂੰ ਤੁਸੀਂ ਸਮਝਦੇ ਹੋ, ਮਾਇਆ ਦਾ ਮਤਲਬ ਸੋਚ, ਉਹ ਸੋਚ ਜੋ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਵਰਤਾਵ ਨਹੀਂ ਕਰਨ ਦਿੰਦੀ, ਉਹ ਸੋਚ ਜੋ ਸਾਡੇ ਅੰਦਰ ਔਗਣ ਪੈਦਾ ਕਰਦੀ ਹੈ, ਉਹ ਸੋਚ ਜੋ ਮਨੁੱਖ ਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਨ ਵਾਸਤੇ ਮਜਬੂਰ ਕਰਦੀ ਹੈ। ਇਹ ਸੋਚ ਤੇ ਇਹ ਸੋਚ ਦੀ ਚਿਤਵਨੀ ਦੇ ਅੰਦਰ, ਇਸ ਸੋਚ ਦੀ ਆਸ ਦੇ ਅੰਦਰ ਆਮ ਬੰਦਾ ਫਸਿਆ ਹੋਇਆ ਹੈ, ਬਹੁਗਿਣਤੀ ਲੋਕਾਂ ਦੀ ਫਸੀ ਹੋਈ ਹੈ। ਇਸ ਸੋਚ ਨੇ ਬਹੁਗਿਣਤੀ ਲੋਕਾਂ ਨੂੰ ਆਪਣੀ ਪਕੜ ਦੇ ਅੰਦਰ ਲਿਆ ਹੋਇਆ ਹੈ। ਜੇ ਇਸ ਸੋਚ ਦੀ ਪਕੜ ਚੋਂ ਬੰਦਾ ਬਾਹਰ ਆ ਜਾਏ, ਜੇ ਸੋਚ ਨੂੰ ਬੰਦਾ ਬਦਲ ਲਵੇ, ਤਾਂ ਇਸ ਦੀ ਜ਼ਿੰਦਗੀ ਕਿੰਨੀ ਸੌਖੀ ਹੋ ਸਕਦੀ ਹੈ, ਇਹ ਬੰਦਾ ਕਿੰਨਾ ਮਹਾਨ ਹੋ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਹਰ ਵੇਲੇ ਮਾਇਆ ਦੀ ਆਸ, ਹਰ ਵੇਲੇ ਮਾਇਆ ਦੀ ਚਿਤਵਨੀ ਜਗਤ ਵਿੱਚ ਜੀਵਾਂ ਨੂੰ ਮੋਹ ਰਹੀ ਹੈ, ਇਹਨੇ ਸਾਰੇ ਜਗਤ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਸਭ ਕੋ ਜਮ ਕੇ ਚੀਰੇ ਵਿੱਚ ਹੈ, ਜੇਤਾ ਸਭ ਆਕਾਰ। ਸਭ ਕੋ ਦਾ ਮਤਲਬ ਹਰ ਜੀਵ, ਜਮ ਦਾ ਮਤਲਬ ਮੌਤ, ਆਤਮਿਕ ਮੌਤ, ਚੀਰਾ ਦਾ ਮਤਲਬ ਪੱਲਾ ਯਾਨੀ ਘੇਰਾ, ਜੇਤਾ ਦਾ ਮਤਲਬ ਜਿੰਨਾ ਵੀ, ਆਕਾਰ ਦਾ ਮਤਲਬ ਦਿਸਦਾ ਜਗਤ, ਜਿੰਨਾ ਵੀ ਇਹ ਜਗਤ ਦਿਸ ਰਿਹਾ ਹੈ ਔਰ ਜੋ ਵੀ ਲੋਕ ਇਸ ਆਸਾ ਮਨਸਾ ਦੇ ਕਾਰਨ ਰੱਬੀ ਗੁਣਾਂ ਨੂੰ ਭੁਲਾਈ ਬੈਠੇ ਨੇ, ਉਹ ਸਾਰੇ ਆਤਮਿਕ ਮੌਤ ਦੇ ਪੰਜੇ ਵਿੱਚ ਨੇ, ਉਹ ਸਾਰੇ ਆਤਮਿਕ ਮੌਤ ਤੇ ਮਰ ਜਾਂਦੇ ਨੇ। ਉਹਨਾਂ ਦੇ ਅੰਦਰੋਂ ਇਨਸਾਨੀਅਤ ਮੁੱਕ ਜਾਂਦੀ ਹੈ, ਉਹਨਾਂ ਦੀਆਂ ਖੁਸ਼ੀਆਂ ਖੇੜੇ ਖਤਮ ਹੋ ਜਾਂਦੇ ਨੇ। ਔਰ ਜਦੋਂ ਅੰਦਰੋਂ ਇਨਸਾਨੀਅਤ ਮਰ ਜਾਏ, ਅਸਲੀ ਮੌਤ ਉਦੋਂ ਹੀ ਹੋ ਜਾਂਦੀ ਹੈ। ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੈ। ਜਦੋਂ ਇਨਸਾਨ ਦੇ ਅੰਦਰੋਂ ਇਨਸਾਨੀਅਤ ਮਰ ਜਾਏ, ਅੰਦਰੋਂ ਸੱਚ ਖਤਮ ਹੋ ਜਾਏ, ਤਾਂ ਸਮਝ ਲਓ ਇਨਸਾਨ ਉਦੋਂ ਮਰ ਜਾਂਦਾ ਹੈ। ਇਸੇ ਨੂੰ ਆਤਮਿਕ ਮੌਤ ਕਹਿੰਦੇ ਨੇ। ਤੇ ਆਤਮਿਕ ਮੌਤ ਤੇ ਮਰਿਆ ਹੋਇਆ ਬੰਦਾ ਅੰਦਰੋਂ ਹੋਰ ਹੁੰਦਾ ਹੈ ਤੇ ਬਾਹਰੋਂ ਹੋਰ ਹੁੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੰਨਾ ਵੀ ਜਗਤ ਦਿਸ ਰਿਹਾ ਹੈ, ਇਸ ਆਸਾ ਮਨਸਾ ਦੇ ਕਾਰਨ ਆਮ ਆਦਮੀ ਆਤਮਿਕ ਮੌਤ ਤੇ ਮਰਿਆ ਹੋਇਆ ਹੈ। ਹੁਕਮੀ ਹੀ ਜਮ ਲੱਗਦਾ ਸੋ ਉਬਰੈ, ਜਿਸ ਬਖਸ਼ੈ ਕਰਤਾਰ। ਲੱਗਦਾ ਦਾ ਮਤਲਬ ਜ਼ੋਰ ਪਾਉਂਦਾ ਹੈ, ਆਪਣਾ ਪ੍ਰਭਾਵ ਪਾ ਲੈਂਦਾ ਹੈ। ਉਬਰੇ ਦਾ ਮਤਲਬ ਬਚਦਾ ਹੈ। ਹੁਕਮੀ ਹੀ ਜਮ ਲੱਗਦਾ, ਹੁਕਮੀ ਦਾ ਮਤਲਬ ਹੁਕਮ ਦੇ ਅੰਦਰ, ਰਜਾ ਭਾਣੇ ਵਿੱਚ, ਸਿਸਟਮ ਦੇ ਅੰਦਰ। ਇਹ ਆਤਮਿਕ ਮੌਤ ਹੁਕਮ ਵਿੱਚ ਹੀ ਵਿਆਪਦੀ ਹੈ। ਇਸ ਵਾਸਤੇ ਇਹਦੇ ਤੋਂ ਉਹ ਹੀ ਬਚਦਾ ਹੈ ਜੋ ਕਰਤਾਰ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਔਰ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਉਹ ਬਣਦਾ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ। ਯਾਨੀ ਹੁਣ ਹੁਕਮ ਹੈ ਤੇ ਹੁਕਮ ਦੇ ਅੰਦਰ ਹੀ ਆਤਮਿਕ ਮੌਤ ਹੈ, ਹੁਕਮ ਦੇ ਅੰਦਰ ਹੀ ਆਤਮਿਕ ਜੀਵਨ ਹੈ। ਚੁਆਇਸ ਸਾਡੀ ਆਪਣੀ ਹੈ ਕਿ ਅਸੀਂ ਕਿਹੜੀ ਚੋਣ ਕਰਾਂਗੇ। ਹੁਕਮ ਦੇ ਅੰਦਰ ਆਤਮਿਕ ਮੌਤ ਵੀ ਹੈ, ਹੁਕਮ ਦੇ ਅੰਦਰ ਆਤਮਿਕ ਜੀਵਨ ਵੀ ਹੈ। ਚੋਣ ਸਾਡੀ ਹੈ ਕਿ ਅਸੀਂ ਆਤਮਿਕ ਜੀਵਨ ਚੁਣਨਾ ਹੈ
ਜਾਂ ਆਤਮਿਕ ਮੌਤ ਚੁਣਨੀ ਹੈ। ਜੇ ਅਸੀਂ ਆਤਮਿਕ ਜੀਵਨ ਚੁਣਦੇ ਹਾਂ ਤਾਂ ਉਹਦੇ ਵਾਸਤੇ ਸਿਸਟਮ ਹੈ ਕਿ ਅਸੀਂ ਸਤ ਸੰਤੋਖ ਦਇਆ ਧਰਮ ਆਦਿਕ ਦੇ ਧਾਰਨੀ ਹੋਣਾ ਹੈ, ਮਨ ਬਚਨ ਔਰ ਕਰਮ ਕਰਕੇ ਇੱਕ ਹੋਣਾ ਹੈ, ਸੱਚ ਦੇ ਨਾਲ ਜੁੜਨਾ ਹੈ, ਸਚਿਆਰ ਹੋਣਾ ਹੈ। ਇਹ ਸਿਸਟਮ ਦੇ ਵਿੱਚ ਜਿਹੜਾ ਚੱਲੇਗਾ ਉਹ ਆਤਮਿਕ ਜੀਵਨ ਜੀਵੇਗਾ। ਤੇ ਦੂਜਾ ਸਿਸਟਮ ਇਹ ਹੈ ਜੇ ਆਤਮਿਕ ਮੌਤੇ ਮਰਨਾ ਹੈ ਤਾਂ ਫਿਰ ਸਾਨੂੰ ਝੂਠ ਬੋਲਣਾ, ਫਰੇਬ ਕਰਨੇ, ਪਾਪ ਕਰਨੇ। ਜਿਹੜਾ ਝੂਠ ਫਰੇਬ ਕਮਾਏਗਾ, ਅੰਦਰੋਂ ਹੋਰ ਬਾਹਰੋਂ ਹੋਰ ਹੋਏਗਾ, ਉਹ ਆਤਮਿਕ ਮੌਤੇ ਮਰ ਜਾਏਗਾ। ਇਹ ਦੋਵੇਂ ਸਿਸਟਮ ਨੇ, ਹੈ ਦੋਵੇਂ ਚੀਜ਼ਾਂ ਸਿਸਟਮ ਵਿੱਚ ਨੇ, ਹੁਕਮ ਵਿੱਚ ਨੇ, ਚੋਣ ਬੰਦੇ ਦੀ ਆਪਣੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਹ ਆਤਮਿਕ ਮੌਤ ਪ੍ਰਭੂ ਦੇ ਹੁਕਮ ਦੇ ਵਿੱਚ ਵਿਆਪਦੀ ਹੈ ਤੇ ਇਹਦੇ ਤੋਂ ਬਚਦਾ ਉਹ ਹੈ ਜੋ ਬਖਸ਼ਿਸ਼ ਦਾ ਪਾਤਰ ਬਣਦਾ ਹੈ, ਜੋ ਰਹਿਮਤ ਦਾ ਪਾਤਰ ਬਣਦਾ ਹੈ। ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂ ਧਰੈ ਜਾਂ ਛੋੜੇ ਅਹੰਕਾਰ। ਹੁਣ ਸਾਧਨ ਦੱਸ ਰਹੇ ਨੇ ਕਿ ਇਸ ਮਾਇਆ ਤੋਂ, ਆਤਮਿਕ ਮੌਤ ਤੋਂ, ਵਿਕਾਰਾਂ ਤੋਂ ਬੰਦਾ ਕੌਣ ਔਰ ਕਿਵੇਂ ਬਚਦਾ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਅਹੰਕਾਰ ਨੂੰ ਦੂਰ ਕਰਦਾ ਹੈ ਔਰ ਗੁਰੂ ਸ਼ਬਦ ਮੁਤਾਬਕ ਜ਼ਿੰਦਗੀ ਜੀਂਦਾ ਹੈ ਤਾਂ ਫਿਰ ਇਹ ਬੰਦਾ ਆਸਾ ਮਨਸਾ ਦੀ ਘੁੰਮਣ ਘੇਰੀ ਚੋਂ ਬਾਹਰ ਲੰਘ ਜਾਂਦਾ। ਗੁਰ ਪ੍ਰਸਾਦੀ ਇਹ ਮਨ ਤਾਂ ਧਰੈ ਜਾਂ ਛੋੜੇ ਅਹੰਕਾਰ। ਗੁਰੂ ਦੀ ਰਹਿਮਤ ਨਾਲ, ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਜੇ ਬੰਦਾ ਆਪਣੀ ਈਗੋ ਛੱਡ ਦੇ, ਅਹੰਕਾਰ ਛੱਡ ਦੇ, ਤਾਂ ਫਿਰ ਇਹ ਬੰਦਾ ਆਸਾ ਮਨਸ਼ਾ ਦੇ ਫੁਰਨਿਆਂ ਤੋਂ ਤਰ ਸਕਦਾ ਹੈ। ਈਗੋ, ਹੰਕਾਰ ਛੱਡੇਗਾ ਤਾਂ ਹੀ ਗੁਰੂ ਦੀ ਮੱਤ ਦਾ ਧਾਰਨੀ ਬਣੇਗਾ। ਤੇ ਸਾਡੇ ਅੰਦਰ ਈਗੋ ਹੈ ਜਾਂ ਨਹੀਂ ਹੈ, ਇਹਦਾ ਪਤਾ ਕਿਵੇਂ ਲੱਗੇ? ਇਹ ਵਿਚਾਰ ਆਪਾਂ ਬਹੁਤ ਵਾਰ ਕਰ ਚੁੱਕੇ ਹਾਂ ਕਿ ਜੇ ਅਸੀਂ ਗੁਰਬਾਣੀ ਅਨੁਸਾਰ ਮਨ ਬਚਨ ਕਰਮ ਕਰਕੇ ਜ਼ਿੰਦਗੀ ਜੀ ਰਹੇ ਹਾਂ ਤਾਂ ਫਿਰ ਸਾਡੇ ਅੰਦਰ ਈਗੋ ਨਹੀਂ ਹੈ, ਕਿਉਂਕਿ ਅਸੀਂ ਗੁਰੂ ਦੀ ਗੱਲ ਮੰਨ ਰਹੇ ਹਾਂ, ਗੁਰੂ ਅੱਗੇ ਅਸੀਂ ਨਤਮਸਤਕ ਹਾਂ, ਅਸਾਂ ਸਮਰਪਣ ਕਰ ਦਿੱਤਾ ਹੈ। ਤੇ ਜੇ ਅਸੀਂ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਂਦੇ ਤਾਂ ਇਹਦਾ ਮਤਲਬ ਸਾਡੇ ਅੰਦਰ ਈਗੋ ਹੈ, ਅਸੀਂ ਆਪਣੀ ਮਰਜ਼ੀ ਕਰ ਰਹੇ ਹਾਂ, ਗੁਰੂ ਦੇ ਅਨੁਸਾਰ ਜ਼ਿੰਦਗੀ ਨਹੀਂ ਜੀ ਰਹੇ। ਐਵੇਂ ਅਸੀਂ ਆਪਣੇ ਆਪ ਨੂੰ ਪਰਖ ਸਕਦੇ ਹਾਂ। ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰ ਸ਼ਬਦੀ ਵਿਚਾਰ। ਇੱਥੇ ਨਿਰਾਸ਼ ਦਾ ਮਤਲਬ ਨਿਰਾਸ਼ਾਵਾਦ ਨਹੀਂ ਹੈ, ਇੱਥੇ ਨਿਰਾਸ਼ ਦਾ ਮਤਲਬ ਹੈ ਆਸਾ ਮਨਸਾਵਾਂ ਤੋਂ ਨਿਰਲੇਪ। ਆਸਾ ਮਨਸਾ ਮਾਰੇ ਨਿਰਾਸ਼ ਹੋਏ, ਉਹ ਬੰਦਾ ਆਸਾ ਨੂੰ ਮੁਕਾ ਲੈਂਦਾ ਹੈ, ਮਨਸਾ ਮਨ ਦੇ ਫੁਰਨਿਆਂ ਨੂੰ ਮਾਰ ਲੈਂਦਾ ਹੈ। ਕੌਣ? ਗੁਰ ਸ਼ਬਦੀ ਵਿਚਾਰ, ਜੋ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ, ਗੁਰੂ ਦੀ ਵਿਚਾਰ ਮੁਤਾਬਕ ਜ਼ਿੰਦਗੀ ਜੀਂਦਾ ਹੈ, ਗੁਰੂ ਸ਼ਬਦ ਦਾ ਵਿਚਾਰਵਾਨ ਬਣਦਾ ਹੈ, ਮਤਲਬ ਕਿ ਗੁਰੂ ਦੇ ਉਪਦੇਸ਼ ਨੂੰ ਆਪਣੀ ਸੋਚ ਵਿੱਚ ਵਸਾ ਲੈਂਦਾ ਹੈ। ਉਹ ਬੰਦਾ ਆਸਾਵਾਂ ਔਰ ਮਨਸਾਵਾਂ ਨੂੰ ਮਾਰ ਲੈਂਦਾ ਹੈ। ਇਸ ਸੰਸਾਰ ਦੇ ਅੰਦਰ ਆਸਾਵਾਂ ਮਨਸਾਵਾਂ ਤੋਂ, ਮਾਇਆ ਆਦਿਕ ਤੋਂ ਨਿਰਲੇਪ ਰਹਿੰਦਾ ਹੈ, ਕਾਮ ਕ੍ਰੋਧ ਲੋਭ ਆਦਿਕ ਤੋਂ ਨਿਰਲੇਪ ਹੁੰਦਾ ਹੈ, ਮੇਰ ਤੇਰ ਦੇ ਵਿਤਕਰਿਆਂ ਤੋਂ ਨਿਰਲੇਪ ਹੁੰਦਾ ਹੈ, ਜ਼ਿੰਦਗੀ ਸੱਚੀ ਔਰ ਸੁੱਚੀ ਜੀਂਦਾ ਹੈ ਗੁਰੂ ਸ਼ਬਦ ਦੇ ਵਿਚਾਰ ਮੁਤਾਬਕ। ਤਾਂ ਸਾਡੇ ਕੋਲ ਇੱਥੇ ਇੱਕ ਫਾਰਮੂਲਾ ਆਇਆ ਕਿ ਜੇ ਅਸੀਂ ਇਸ ਸੰਸਾਰ ਦੇ ਅੰਦਰ ਨਿਰਲੇਪ ਹੋ ਕੇ ਜੀਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਵਿਚਾਰ ਮੰਡਲ ਵਿੱਚ ਵਸਾਉਣਾ ਚਾਹੀਦਾ ਹੈ, ਆਪਣੀ ਸੋਚ ਨੂੰ ਗੁਰਮਤ ਆਸ਼ੇ ਅਨੁਸਾਰ ਬਦਲਣਾ ਚਾਹੀਦਾ ਹੈ। ਸਿਰਫ ਸੋਚ ਬਦਲ ਗਈ ਤਾਂ ਪੂਰੀ ਦੀ ਪੂਰੀ ਜ਼ਿੰਦਗੀ ਬਦਲ ਜਾਏਗੀ। ਪੌੜੀ, ਜਿੱਥੇ ਜਾਈਏ ਜਗਤ ਮਹਿ ਤਿੱਥੇ ਹਰ ਸਾਈਂ। ਜੋ ਸਾਈ ਸ਼ਬਦ ਲਿਖਿਆ ਹੈ ਇਹਨੂੰ ਪੜਾਂਗੇ ਸਾਈਂ। ਜੇ ਬਿੰਦੀ ਤੋਂ ਬਿਨਾ ਪੜਾਂਗੇ ਨਾ ਸਾਈ, ਤਾਂ ਸਾਈ ਦਾ ਮਤਲਬ ਹੋ ਜਾਏਗਾ ਉਹ। ਜਿਵੇਂ ਸਾਈ ਵਸਤ ਪ੍ਰਾਪਤ ਹੋਈ, ਉੱਥੇ ਸਾਈ ਦਾ ਮਤਲਬ ਹੈ ਉਹ, ਇੱਥੇ ਸਾਈ ਦਾ ਮਤਲਬ ਹੈ ਸਾਈਂ, ਇਸ ਲਈ ਬਿੰਦੀ ਲਾ ਕੇ ਪੜਾਂਗੇ ਸਾਈਂ। ਜਿੱਥੇ ਜਾਈਏ ਜਗਤ ਮਹਿ ਤਿੱਥੇ ਹਰ ਸਾਈਂ। हे ਭਾਈ, ਸੰਸਾਰ ਵਿੱਚ ਜਿਸ ਥਾਂ ਤੇ ਵੀ ਜਾਈਏ ਉੱਥੇ ਹੀ ਮਾਲਕ ਪ੍ਰਭੂ ਹਾਜ਼ਰ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ ਹੈ। ਜਗਤ ਦੇ ਕਣ ਕਣ ਅੰਦਰ ਵਿਆਪਕ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ, ਘਟ ਘਟ ਮੈਂ ਹਰ ਜੂ ਬਸੈ, ਜਾਂ ਸਭ ਮੈਂ ਜੋਤ ਜੋਤ ਹੈ ਸੋਈ। ਕਿੰਨੀਆਂ ਸਾਰੀਆਂ ਪੰਕਤੀਆਂ ਨੇ ਜੋ ਸਰਬ ਵਿਆਪਕਤਾ ਬਾਰੇ ਸਾਨੂੰ ਗਿਆਨ ਦਿੰਦੀਆਂ ਨੇ, ਸੂਝ ਦਿੰਦੀਆਂ ਨੇ ਔਰ ਸਾਨੂੰ
ਸੰਦੇਸ਼ ਦਿੰਦੀਆਂ ਨੇ, ਆਦੇਸ਼ ਦਿੰਦੀਆਂ ਨੇ। ਹੁਣ ਹੈ ਹਰ ਥਾਂ ਦੇ ਉੱਤੇ ਰੱਬ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਿ ਸਾਰਾ ਦਿਸਦਾ ਜਗਤ ਰੱਬ ਦਾ ਹੀ ਰੂਪ ਹੈ, ਰੱਬ ਇਸ ਜਗਤ ਤੋਂ ਵੱਖਰਾ ਨਹੀਂ ਹੈ। ਇਹ ਅਸੀਂ ਬਹੁਤ ਵਾਰ ਵਿਚਾਰ ਕਰ ਚੁੱਕੇ ਹਾਂ। ਪ੍ਰੋਬਲਮ ਰੱਬ ਦੀ ਨਹੀਂ ਹੈ, ਪ੍ਰੋਬਲਮ ਤਾਂ ਸਾਡੇ ਮੰਨਣ ਦੀ ਹੈ ਕਿ ਅਸੀਂ ਉਹਨੂੰ ਮੰਨਦੇ ਹਾਂ ਕਿ ਨਹੀਂ ਮੰਨਦੇ, ਅਸੀਂ ਰੱਬ ਵਰਗੇ ਬਣਦੇ ਹਾਂ ਕਿ ਨਹੀਂ ਬਣਦੇ। ਹੁਣ ਮੇਰੇ ਅੰਦਰ ਰੱਬ ਤਾਂ ਹੈ, ਮੈਂ ਰੱਬ ਦਾ ਰੂਪ ਹੋ ਸਕਦਾ ਹਾਂ, ਪਰ ਮੈਂ ਹੋਣਾ ਚਾਹੁੰਦਾ ਕਿ ਨਹੀਂ ਹੋਣਾ ਚਾਹੁੰਦਾ, ਇਹ ਮੇਰੇ ਤੇ ਡਿਪੈਂਡ ਕਰੇਗਾ। ਜਿਵੇਂ ਕਿ ਮੈਂ ਰੋਜ਼ ਬੇਨਤੀ ਕਰਦਿਆਂ ਕਿ ਸਤ, ਸੰਤੋਖ, ਦਇਆ, ਧਰਮ, ਪਿਆਰ, ਮੁਹੱਬਤ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਨਿਮਰਤਾ ਮੌਜੂਦ ਹੈ, ਸਹਿਨਸ਼ੀਲਤਾ ਮੌਜੂਦ ਹੈ, ਇਨਸਾਨੀਅਤ ਮੌਜੂਦ ਹੈ, ਪਰ ਮੈਂ ਇਹਨਾਂ ਗੁਣਾਂ ਨੂੰ ਯੂਜ਼ ਕਰਨਾ ਚਾਹੁੰਦਾ ਕਿ ਨਹੀਂ ਕਰਨਾ ਚਾਹੁੰਦਾ, ਇਹ ਮੇਰੇ ਤੇ ਡਿਪੈਂਡ ਕਰੇਗਾ। ਜੇ ਅਸੀਂ ਇਹਨਾਂ ਗੁਣਾਂ ਨੂੰ ਯੂਜ਼ ਕਰੀਏ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰੀਏ, ਤਾਂ ਹਰ ਬੰਦਾ ਰੱਬ ਵਰਗਾ ਹੋ ਸਕਦਾ ਹੈ। ਔਰ ਇਹ ਹਰ ਬੰਦੇ ਦੇ ਅੰਦਰ ਗੁਣ ਮੌਜੂਦ ਨੇ, ਤੇ ਇਹ ਗੁਣ ਹਰ ਥਾਂ ਤੇ ਮੌਜੂਦ ਨੇ। ਇਹ ਨਹੀਂ ਕਿ ਕੈਨੇਡਾ ਵਿੱਚ ਇਹਨਾਂ ਗੁਣਾਂ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ, ਜਾਂ ਅਮਰੀਕਾ ਵਿੱਚ ਨਹੀਂ ਕੀਤਾ ਜਾ ਸਕਦਾ, ਜਾਂ ਇੰਡੀਆ ਵਿੱਚ ਨਹੀਂ ਕੀਤਾ ਜਾ ਸਕਦਾ, ਜਾਂ ਕਿਸੇ ਜਗ੍ਹਾ ਤੇ ਗੁਣ ਨਹੀਂ ਹਨ। ਹਰ ਥਾਂ ਤੇ ਨੇ, ਹਰ ਬੰਦੇ ਵਿੱਚ ਨੇ, ਹਰ ਥਾਂ ਤੇ, ਹਰ ਸਮੇਂ, ਹਰ ਬੰਦਾ ਇਹਨਾਂ ਗੁਣਾਂ ਨੂੰ ਯੂਜ਼ ਕਰਕੇ ਰੱਬ ਵਰਗਾ ਹੋ ਸਕਦਾ ਹੈ। ਪੋਸੀਬਿਲਿਟੀ ਹੈ, ਕਿਉਂਕਿ ਜਿੱਥੇ ਵੀ ਜਾਈਏ ਉੱਥੇ ਰੱਬ ਹੈ। ਅੱਗੇ ਸਭ ਆਪੇ ਵਰਤਦਾ, ਹਰ ਸੱਚਾ ਨਿਆਈ। ਅੱਗੇ ਦਾ ਮਤਲਬ ਜੋ ਆਉਣ ਵਾਲਾ ਸਮਾਂ ਹੈ। ਬੀਤ ਗਏ ਸਮੇਂ ਵਿੱਚ ਵੀ ਰੱਬ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਹਰ ਸੱਚਾ ਨਿਆਈ, ਉਹ ਸੱਚਾ ਦਾ ਮਤਲਬ ਸਦਾ ਸਥਿਰ ਰਹਿਣ ਵਾਲਾ ਹੈ। ਨਿਆਈ ਦਾ ਮਤਲਬ ਨਿਆਂ ਕਰਨ ਵਾਲਾ ਹੈ। ਹਰ ਥਾਂ ਸੱਚਾ ਨਿਆਂ ਕਰਨ ਵਾਲਾ ਪ੍ਰਭੂ ਆਪ ਹੀ ਵਰਤ ਰਿਹਾ ਹੈ, ਆਪ ਹੀ ਵਰਤ ਰਿਹਾ, ਆਉਣ ਵਾਲੇ ਸਮੇਂ ਵਿੱਚ ਵੀ ਵਰਤੇਗਾ। ਪਹਿਲਾਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਉਹੀ ਵਰਤੇਗਾ। ਉਹ ਸਦਾ ਹੈ ਔਰ ਨਿਆਂ ਕਰਨ ਵਾਲਾ ਹੈ। ਰੱਬ ਦੇ ਘਰ ਦੇ ਅੰਦਰ ਬੇਨਿਆਈ ਨਹੀਂ ਹੈ, ਤੇਰੇ ਘਰ ਸਦਾ ਸਦਾ ਹੈ ਨਿਆਉ। ਰੱਬ ਦੇ ਘਰ ਦੇ ਅੰਦਰ ਹਮੇਸ਼ਾ ਹੀ ਨਿਆਂ ਹੈ। ਹੁਣ ਕਈ ਵਾਰ ਅਸੀਂ ਸੋਚ ਲੈਂਦੇ ਹਾਂ ਕਿ ਫਲਾਂ ਬੰਦਾ ਤਾਂ ਮਾੜੇ ਕਰਮ ਕਰਦਾ ਹੈ, ਉਹਦੇ ਕੋਲ ਤੇ ਇੰਨਾ ਕੁਛ ਹੈ, ਸਾਡੇ ਕੋਲ ਤੇ ਕੁਛ ਵੀ ਨਹੀਂ ਹੈ। ਅਸੀਂ ਕਈ ਵਾਰ ਸੋਚਦੇ ਹਾਂ, ਕਿਉਂਕਿ ਸਾਡੀ ਸੋਚ ਇੱਥੋਂ ਤੱਕ ਹੀ ਸੀਮਤ ਹੁੰਦੀ ਹੈ, ਕੁਝ ਪਦਾਰਥਾਂ ਤੱਕ ਜਾਂ ਆਪਣੇ ਤੱਕ। ਪਰ ਜਦੋਂ ਅਸੀਂ ਪੂਰੇ ਸਿਸਟਮ ਦੇ ਵਿੱਚ ਸੋਚਦੇ ਹਾਂ ਨਾ, ਤਾਂ ਵਾਸਤਵ ਦੇ ਵਿੱਚ ਹੀ ਰੱਬ ਨਿਆਂ ਹੀ ਕਰ ਰਿਹਾ ਹੈ, ਸੱਚਾ ਨਿਆਂ ਹੋ ਰਿਹਾ ਹੈ। ਹੁਣ ਜੇ ਬੰਦੇ ਦੇ ਅੰਦਰ ਇਨਸਾਨੀਅਤ ਨਹੀਂ, ਪਿਆਰ ਨਹੀਂ, ਇਹਦੇ ਅੰਦਰ ਵੈਰ ਵਿਰੋਧ ਨੇ, ਤਾਂ ਕੁਦਰਤ ਨੇ ਉਹਦਾ ਫਲ ਵੀ ਸਾਨੂੰ ਦਿੱਤਾ ਹੋਇਆ ਨਾ, ਨਿਆਂ ਦਿੱਤਾ ਹੋਇਆ ਕਿ ਦੇਸ਼ਾਂ ਦੀਆਂ ਸੀਮਾਵਾਂ ਬਣ ਗਈਆਂ ਨੇ। ਬੰਦਾ ਬੰਦੇ ਦੇ ਮੌਤ ਵਾਸਤੇ ਐਟਮੀ ਹਥਿਆਰ ਬਣਾਈ ਫਿਰਦਾ ਹੈ। ਇਹ ਰਿਜ਼ਲਟ ਕਿਸ ਚੀਜ਼ ਦਾ ਹੈ? ਸਾਡੀ ਸੋਚ ਦਾ ਨਾ। ਤਾਂ ਜੇ ਮਾੜੀ ਸੋਚ ਹੋਏਗੀ ਤੇ ਨਿਆਂ ਇਹ ਹੀ ਮਿਲੇਗਾ, ਇਹੋ ਜਿਹੇ ਹੀ ਵਾਤਾਵਰਣ ਬਣਨਗੇ, ਫਿਰ ਜੰਗ ਹੋਣਗੇ। ਜੇ ਬੰਦੇ ਦੀ ਸੋਚ ਮਾੜੀ ਹੈ ਤਾਂ ਫਿਰ ਸਾਡੇ ਸਮਾਜ ਵਿੱਚ ਰਿਸ਼ਵਤਖੋਰੀ, ਚੋਰ ਬਜ਼ਾਰੀ, ਨਿਆਂ ਤੇ ਬਿਲਕੁਲ ਸੱਚਾ ਹੋ ਰਿਹਾ ਹੈ। ਜੇ ਸਾਡੀ ਸੋਚ ਮਾੜੀ ਹੈ, ਅਸੀਂ ਸਿਸਟਮ ਨੂੰ ਠੀਕ ਨਹੀਂ ਸੁਧਾਰਿਆ, ਤਾਂ ਫਿਰ ਇਸ ਦੁਨੀਆ ਵਿੱਚ ਕੋਈ ਅਮੀਰ ਤੇ ਕੋਈ ਗਰੀਬ ਆਦਿਕ ਹੈ, ਕਿਉਂਕਿ ਇਹੋ ਜਿਹੇ ਸਿਸਟਮ ਵਿੱਚ ਤੇ ਇਹ ਕੁਛ ਹੀ ਹੋਏਗਾ ਨਾ, ਨਿਆਂ ਹੀ ਮਿਲ ਰਿਹਾ ਹਰ ਥਾਂ। ਇਸ ਲਈ ਜ਼ਰੂਰਤ ਹੈ, ਜੇ ਅਸੀਂ ਚਾਹੁੰਦੇ ਹਾਂ ਤਾਂ ਫਿਰ ਸਾਰੇ ਦੇ ਸਾਰੇ ਸਿਸਟਮ ਨੂੰ ਚੇਂਜ ਕਰਨਾ ਪਵੇਗਾ, ਕਿਉਂਕਿ ਇਹ ਬੰਦੇ ਨੇ ਆਪਣੀ ਸੋਚ ਦੇ ਨਾਲ ਬਣਾਇਆ। ਮਾੜੀ ਸੋਚ ਦੇ ਨਾਲ ਘੜਿਆ ਹੋਇਆ ਸਿਸਟਮ ਕਦੇ ਵੀ ਸੁਖ ਸ਼ਾਂਤੀ ਨਹੀਂ ਦੇ ਸਕਦਾ। ਹਰ ਇਨਸਾਨ ਨੂੰ ਆਪਣੀ ਸੋਚ ਬਦਲਣੀ ਪਵੇਗੀ, ਸੋਚ ਅੰਦਰ ਵਿਸ਼ਾਲਤਾ ਲਿਆਣੀ ਪਵੇਗੀ, ਤਾਂ ਹੀ ਸਾਨੂੰ ਸੁਖ ਔਰ ਸ਼ਾਂਤੀ ਮਿਲ ਸਕੇਗੀ। ਅੱਗੇ ਵੀ ਉਹ ਆਪ ਹੀ ਵਰਤੇਗਾ, ਉਹ ਸदैव ਹੈ ਔਰ ਉਹਦਾ ਨਿਆਂ ਸੱਚਾ ਹੈ, ਉਹਦੀ ਨਿਆਂ ਪ੍ਰਣਾਲੀ ਸੱਚੀ ਹੈ, ਉਹਦਾ ਸਿਸਟਮ ਸੱਚਾ ਹੈ। ਕੂੜਿਆਰਾਂ ਕੇ ਮੂੰਹ ਫਿਟਕੀਆਂ ਹੈ, ਸੱਚ ਭਗਤ ਵਡਿਆਈ। ਫਿਟਕੀਆਂ ਦਾ ਮਤਲਬ ਫਿਟਕੇ ਜਾਂਦੇ ਨੇ, ਯਾਨੀ ਲਾਹਨਤਾਂ ਪੈਂਦੀਆਂ ਨੇ। ਕੂੜਿਆਰ ਦਾ ਮਤਲਬ ਕੂੜ ਦੇ ਵਪਾਰੀ, ਜੋ ਮਾਇਆਗ੍ਰਸੀ ਜੀਵ ਨੇ, ਜਿਨ੍ਹਾਂ ਦੀ ਸੋਚ ਮਾਇਆ ਵਾਲੀ ਹੈ। ਸੱਚ ਦਾ ਮਤਲਬ ਸਦਾ ਸਥਿਰ ਰਹਿਣ ਵਾਲਾ। ਵਡਿਆਈ ਦਾ ਮਤਲਬ ਆਦਰ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਮਾਇਆਗ੍ਰਸੀ ਜੀਵਾਂ ਨੂੰ ਫਿਟਕਾਰਾਂ ਪੈਂਦੀਆਂ ਨੇ, ਲਾਹਨਤਾਂ ਪੈਂਦੀਆਂ ਨੇ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਹੈ, ਉਹਨਾਂ ਨੂੰ ਵਡਿਆਈ ਮਿਲਦੀ ਹੈ, ਉਹਨਾਂ ਨੂੰ ਆਦਰ ਮਿਲਦਾ ਹੈ। ਇਹ ਦੁਨੀਆ ਦਾ ਨਿਯਮ ਹੈ।
ਕਿ ਜਿਸ ਮਨੁੱਖ ਦੀ ਸੋਚ ਚੰਗੀ ਹੈ, ਬਿਹੇਵੀਅਰ ਚੰਗਾ ਹੈ, ਉਹਨੂੰ ਆਦਰ ਮਾਣ ਸਤਿਕਾਰ ਮਿਲਦਾ ਹੈ। ਔਰ ਜਿਨ੍ਹਾਂ ਦੇ ਅੰਦਰ ਕੂੜ ਹੈ, ਝੂਠ ਹੈ, ਕੂੜ ਦੇ ਵਪਾਰੀ ਨੇ, ਉਹਨਾਂ ਨੂੰ ਫਿਟਕਾਰਾਂ ਪੈਂਦੀਆਂ ਨੇ, ਉਹਨਾਂ ਨੂੰ ਲਾਹਨਤਾਂ ਪੈਂਦੀਆਂ ਨੇ, ਉਹਨਾਂ ਨੂੰ ਬੁਰਾਈਆਂ ਮਿਲਦੀਆਂ ਨੇ, ਉਹਨਾਂ ਦਾ ਸਤਿਕਾਰ ਨਹੀਂ ਹੁੰਦਾ। ਇਸ ਲਈ ਸਾਨੂੰ ਚਾਹੀਦਾ ਹੈ ਹਰ ਇਨਸਾਨ ਚੰਗੇ ਕਰਮ ਕਰੇ, ਤਾਂ ਹੀ ਉਹਨੂੰ ਮਾਣ, ਆਦਰ ਔਰ ਸਤਿਕਾਰ ਮਿਲ ਸਕਦਾ ਹੈ। ਜੇ ਚੰਗੇ ਕਰਮ ਨਹੀਂ ਕਰਾਂਗੇ ਤਾਂ ਫਿਰ ਮਾਣ, ਆਦਰ, ਸਤਿਕਾਰ ਔਰ ਸੁਖ ਸ਼ਾਂਤੀ ਨਹੀਂ ਮਿਲੇਗੀ। ਸੱਚ ਸਾਹਿਬ ਸੱਚਾ ਨਿਆਉ ਹੈ, ਸਿਰ ਨਿੰਦਕ ਛਾਈ। ਸਿਰ ਦਾ ਮਤਲਬ ਸਿਰ ਉੱਤੇ, ਸਿਰ ਵਿੱਚ। ਛਾਈ ਦਾ ਮਤਲਬ ਸੁਆਹ। ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਆਪ ਸੱਚਾ ਹੈ। ਸੱਚਾ ਨਿਆਉ, ਉਹਦਾ ਇਨਸਾਫ ਵੀ ਅਟਲ ਹੈ, ਉਹਦਾ ਇਨਸਾਫ ਵੀ ਸੱਚਾ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੈਸਾ ਕੋਈ ਬੀਜੇਗਾ ਵੈਸਾ ਹੀ ਉਹਨੂੰ ਫਲ ਮਿਲੇਗਾ। ਇਹ ਨਿਆਂ ਸੱਚਾ ਹੈ ਉਹਦਾ। ਸਿਰ ਨਿੰਦਕ ਛਾਈ, ਤੇ ਜੋ ਨਿੰਦਿਆ ਕਰਨ ਵਾਲਾ ਬੰਦਾ ਹੈ ਉਹਦੇ ਸਿਰ ਦੇ ਵਿੱਚ ਸੁਆਹ ਪੈਂਦੀ ਹੈ। ਹੁਣ ਸੁਆਹ ਦਾ ਮਤਲਬ ਇਹ ਨਹੀਂ ਕਿ ਦਾਬੜਾ ਭਰ ਕੇ ਉਹਦੇ ਸਿਰ 'ਚ ਕੋਈ ਸੁਆਹ ਸੁੱਟ ਦਿੰਦਾ ਹੈ। ਸੁਆਹ ਦਾ ਮਤਲਬ ਕਿ ਉਹਨੂੰ ਨਮੋਸ਼ੀ ਮਿਲਦੀ ਹੈ। ਐਸੇ ਬੰਦੇ ਦੀ ਬੁਰਾਈ ਹੁੰਦੀ ਹੈ, ਐਸੇ ਬੰਦੇ ਨੂੰ ਹਮੇਸ਼ਾ ਲਾਹਨਤਾਂ ਪੈਂਦੀਆਂ ਨੇ ਜੋ ਨਿੰਦਿਆ ਕਰਦਾ ਹੈ। ਤੇ ਨਿੰਦਿਆ ਨੂੰ ਸਮਝ ਜ਼ਰੂਰ ਲੈਣਾ ਹੈ। ਸਚਾਈ ਔਰ ਨਿੰਦਿਆ ਵਿੱਚ ਫਰਕ ਹੈ। 2 ਤੇ 2 4 ਕਹਿਣਾ ਇਹ ਸੱਚ ਹੈ। 2 ਤੇ 2 3 ਕਹਿਣਾ ਇਹ ਨਿੰਦਿਆ ਹੈ। 2 ਤੇ 2 5 ਕਹਿਣਾ ਇਹ ਉਸਤਤ ਹੈ। ਈਰਖਾ ਕਰਕੇ, ਲਾਲਚ ਕਰਕੇ, ਬਦਲੇ ਦੀ ਭਾਵਨਾ ਕਰਕੇ ਕਿਸੇ ਦੇ ਗੁਣਾਂ ਨੂੰ ਔਗਣ ਬਣਾ ਕੇ ਪੇਸ਼ ਕਰਨਾ, ਇਹ ਉਹਦੀ ਨਿੰਦਿਆ ਹੁੰਦੀ ਹੈ। ਤੇ ਕਿਸੇ ਲਾਲਚ ਕਰਕੇ, ਸਵਾਰਥ ਕਰਕੇ ਕਿਸੇ ਦੇ ਔਗਣਾਂ ਨੂੰ ਗੁਣ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਨਾ, ਇਹ ਉਹਦੀ ਉਸਤਤ ਹੁੰਦੀ ਹੈ। ਜੋ ਜੈਸਾ ਹੈ ਸੱਚੀ ਭਾਵਨਾ ਦੇ ਨਾਲ ਉਹਨੂੰ ਵੈਸਾ ਹੀ ਪੇਸ਼ ਕਰਨਾ, ਇਹ ਸੱਚ ਹੁੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਉਸਤਤ ਔਰ ਨਿੰਦਾ ਦੋਵਾਂ ਨੂੰ ਛੱਡ ਦਿੰਦਾ ਹੈ, ਸੱਚ ਦੇ ਨਾਲ ਹਮੇਸ਼ਾ ਉਹ ਹੀ ਜੁੜਦਾ ਹੈ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮੰਝਾਈ, ਛੋੜਿਆ ਹੱਬ ਕਿਛ ਤਿਆਗੀ। ਹੱਬੇ ਸਾਕ ਕੂੜਾਵੇ ਡਿੱਠੇ, ਤਉ ਪੱਲੇ ਤੈਂਡੇ ਲਾਗੀ। ਹੁਣ ਅਸੀਂ ਇਸ ਸ਼ਬਦ ਦਾ ਅਰਥ ਇਹ ਸਮਝਦੇ ਹਾਂ ਕਿ ਸਾਰੇ ਸਾਕ ਝੂਠੇ ਵੇਖ ਕੇ ਤੇ ਔਰਤ ਪਤੀ ਦੇ ਪੱਲੇ ਲੱਗੀ ਹੈ। ਅਸੀਂ ਪੱਲੇ ਵਾਲੇ ਸ਼ਬਦ ਵਿੱਚ ਕਰੀਬ ਕਰੀਬ ਇਹੀ ਸਮਝ ਲੈਂਦੇ ਹਾਂ ਕਿ ਸਾਰੇ ਸਾਕ, ਚਾਚੇ, ਤਾਏ ਆਦਿਕ ਝੂਠੇ ਨੇ। ਤਾਂ ਉਹ ਸ਼ਬਦ ਦਾ ਮੀਨਿੰਗ ਇਹ ਨਹੀਂ ਹੈ। ਇਹ ਚੀਜ਼ ਸਮਝਣ ਵਾਲੀ ਹੈ। ਸਭੇ ਸਾਕ ਕੁੜਾਵੇ ਕਿਹੜੇ ਨੇ? ਉਹ ਪਹਿਲੀ ਪੰਕਤੀ 'ਚ ਦੱਸਿਆ ਹੈ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮੰਝਾਈ। ਸਾਡੇ 2 ਤਰ੍ਹਾਂ ਦੇ ਸਾਕ ਨੇ। ਸਾਕ ਦਾ ਮਤਲਬ ਸੰਬੰਧ। 2 ਤਰ੍ਹਾਂ ਦੇ ਸੰਬੰਧ ਨੇ ਸਾਡੇ। ਮੰਨ ਲਓ ਜੇ ਮੈਂ ਆਪਣਾ ਨਾਮ ਲੈ ਕੇ ਗੱਲ ਕਰਾਂ ਤਾਂ ਮੇਰੇ 2 ਤਰ੍ਹਾਂ ਦੇ ਸੰਬੰਧ ਕਿਹੜੇ ਹੋਣਗੇ? ਇੱਕ ਉਹ ਲੋਕ ਜਿਨ੍ਹਾਂ ਨੂੰ ਮੈਂ ਆਪਣੇ ਸਮਝਦਾ ਤੇ ਉਹਨਾਂ ਦੀ ਮੈਂ ਉਸਤਤ ਵਡਿਆਈ ਕਰਦਾ ਹਾਂ ਝੂਠੀ। ਇੱਕ ਲੋਕ ਉਹ ਜਿਨ੍ਹਾਂ ਨੂੰ ਮੈਂ ਬੇਗਾਨੇ ਸਮਝਦਾ ਤੇ ਉਹਨਾਂ ਦੀ ਮੈਂ ਝੂਠੀ ਬਦਨਾਮੀ, ਬਦਖੋਈ ਕਰਦਾ। ਤਾਂ ਮੇਰੇ ਰਿਸ਼ਤੇ 2 ਹੋ ਗਏ ਨਾ ਲੋਕਾਂ ਨਾਲ, ਇੱਕ ਉਸਤਤ ਕਰਨ ਵਾਲਾ ਔਰ ਇੱਕ ਨਿੰਦਿਆ ਕਰਨ ਵਾਲਾ। ਤੇ ਗੁਰੂ ਜੀ ਕਹਿੰਦੇ ਨੇ ਮੈਂ ਨਿੰਦਿਆ ਔਰ ਉਸਤਤ ਕਰਨ ਵਾਲੇ ਸਾਰੇ ਸਾਖ ਝੂਠੇ ਵੇਖ ਲੈਣੇ। ਇਹ ਸਾਰਾ ਕੁਝ ਝੂਠ ਹੈ। ਨਾ ਤਾਂ ਕਿਸੇ ਦੀ ਬਦਖੋਈ ਕਰਨੀ ਚਾਹੀਦੀ ਝੂਠੀ, ਔਰ ਨਾ ਹੀ ਕਿਸੇ ਦੀ ਝੂਠੀ ਸਿਫਤ ਕਰਨ ਦੀ ਲੋੜ ਹੈ। ਤਾਂ ਮੈਂ ਸੱਚ ਦੇ ਨਾਲ ਜੁੜਿਆ। ਜਦੋਂ ਝੂਠੀ ਬਦਖੋਈ ਵੀ ਛੱਡੋਗੇ, ਝੂਠੀ ਨਿੰਦਿਆ ਛੱਡੋਗੇ, ਝੂਠੀ ਸਿਫਤ ਛੱਡੋਗੇ, ਤਾਂ ਹੀ ਸੱਚ ਦੇ ਨਾਲ ਜੁੜਾਂਗੇ ਨਾ। ਜੇ ਕਿਸੇ ਦੇ ਝੂਠੇ ਗੁਣ ਦੱਸੀ ਜਾਈਏ ਜਿਹੜੇ ਨਾ ਹੋਣ, ਤਾਂ ਇਹਦਾ ਮਤਲਬ ਅਸੀਂ ਸੱਚ ਨਾਲ ਟੁੱਟੇ ਹੋਏ ਹਾਂ। ਤੇ ਜੇ ਕਿਸੇ ਦੇ ਝੂਠੇ ਹੀ ਔਗਣ ਦੱਸੀ ਜਾਈਏ ਜੋ ਉਹਦੇ ਵਿੱਚ ਨਹੀਂ ਹਨ, ਤਾਂ ਵੀ ਅਸੀਂ ਸੱਚ ਨਾਲ ਟੁੱਟੇ ਹੋਏ ਹਾਂ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਪ੍ਰਭੂ ਸੱਚਾ ਹੈ, ਉਹਦਾ ਨਿਆਂ ਸੱਚਾ ਹੈ, ਤੇ ਜਿਹੜਾ ਨਿੰਦਕ ਇਨਸਾਨ ਹੈ ਉਹਦੇ ਸਿਰ 'ਚ ਹਮੇਸ਼ਾ ਸੁਆਹ ਪੈਂਦੀ ਹੈ, ਭਾਵ ਉਹਦੀ ਬਦਨਾਮੀ ਹੈ। ਜਨ ਨਾਨਕ ਸੱਚ ਅਰਾਧਿਆ, ਗੁਰਮੁਖ ਸੁਖ ਪਾਈ। ਗੁਰਮੁਖ ਦਾ ਮਤਲਬ ਗੁਰੂ ਦੀ ਸ਼ਰਨੀ ਪੈ ਕੇ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸੱਚ ਨੂੰ ਅਰਾਧਿਆ ਹੈ, ਸੱਚ ਨੂੰ ਯਾਦ ਵਿੱਚ ਵਸਾਇਆ ਹੈ, ਸੱਚੀ ਜ਼ਿੰਦਗੀ ਜੀਵੀ ਹੈ, ਸੁਖ ਪਾਈ ਦਾ ਮਤਲਬ ਉਹਨਾਂ ਇਨਸਾਨਾਂ ਨੇ ਆਤਮਿਕ ਸੁਖ ਪਾਇਆ ਹੈ। ਜਿਨ੍ਹਾਂ ਨੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸੱਚ ਦੀ ਅਰਾਧਨਾ ਕੀਤੀ ਹੈ, ਸੱਚਾ ਜੀਵਨ ਜੀਵਿਆ ਹੈ, ਉਹਨਾਂ ਨੇ ਸੁਖ ਪਾਇਆ। ਤਾਂ ਇਹਦਾ ਮਤਲਬ ਜੇ ਅਸੀਂ ਸੁਖ ਪਾਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਦੱਸੇ ਰਾਹਾਂ ਤੇ ਚੱਲ ਕੇ
ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਚਾਹੀਦਾ। ਸ਼ਲੋਕ ਮਹਿਲਾ ਤੀਜਾ, ਪੂਰੇ ਭਾਗ ਸਤਿਗੁਰ ਪਾਈਐ, ਜੇ ਹਰ ਪ੍ਰਭ ਬਖਸ਼ ਕਰੇ। ਪੂਰੇ ਭਾਗ ਦਾ ਮਤਲਬ ਇੱਥੇ ਲਿਖਿਆ ਹੈ ਪੂਰੀ ਕਿਸਮਤ, ਲੇਕਿਨ ਪੂਰੇ ਭਾਗ ਦਾ ਮਤਲਬ ਹੈ ਉਦਮ, ਕਿ ਜੇ ਉਦਮ ਕਰਕੇ ਸਤਿਗੁਰ ਨੂੰ ਪਾ ਲਿਆ ਜਾਏ, ਗੁਰੂ ਮਿਲ ਪਵੇ। ਪੂਰੇ ਭਾਗ ਸਤਿਗੁਰ ਪਾਈਐ ਜੇ ਪੂਰੇ ਉਦਮ ਦੇ ਨਾਲ ਸਤਿਗੁਰੂ ਨੂੰ ਪਾ ਲਈਏ, ਹਰ ਪ੍ਰਭ ਬਖਸ਼ ਕਰੇ, ਤਾਂ ਹਰੀ ਪ੍ਰਭੂ ਬਖਸ਼ਿਸ਼ ਕਰਦਾ ਹੈ, ਰੱਬ ਦੀ ਰਹਿਮਤ ਮਿਲ ਜਾਂਦੀ ਹੈ, ਰੱਬ ਦੀ ਰਹਿਮਤ ਦੇ ਪਾਤਰ ਬਣ ਜਾਈਦਾ। ਜੇ ਉਦਮ ਦੇ ਨਾਲ ਸਤਿਗੁਰੂ ਮਿਲੇ ਤਾਂ ਗੁਰੂ ਨੂੰ ਮਿਲਣ ਵਾਸਤੇ ਉਦਮ ਤਾਂ ਕਰਨਾ ਪਵੇਗਾ, ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਣ ਲਈ ਉਦਮ ਤਾਂ ਕਰਨਾ ਪਵੇਗਾ। ਗੁਰਬਾਣੀ ਅੰਦਰ ਸੰਥਾਂ ਥਾਂ ਤੇ ਪ੍ਰੇਰਣਾ ਦਿੱਤੀ ਹੈ, ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਹੁਣ ਜਿਵੇਂ ਅਸੀਂ ਇਹ ਕਲਾਸ ਚਲਾ ਰਹੇ ਹਾਂ ਤਾਂ ਇੱਥੇ ਕਲਾਸ ਵਿੱਚ ਆਉਣ ਲਈ ਉਦਮ ਤੇ ਕਰਨਾ ਪਵੇਗਾ। ਜੇ ਹੁਣ ਮੈਂ ਉਦਮ ਨਾ ਕਰਾਂ ਤਾਂ ਮੈਂ ਨਹੀਂ ਆ ਪਾਵਾਂਗਾ, ਤੁਸੀਂ ਉਦਮ ਨਾ ਕਰੋ ਤੁਸੀਂ ਨਹੀਂ ਆ ਪਾਓਗੇ, ਉਦਮ ਤਾਂ ਕਰਨਾ ਹੀ ਪਵੇਗਾ ਨਾ। ਕੋਈ ਵੀ ਕੰਮ ਕਰਨਾ ਹੈ ਉਹਦੇ ਲਈ ਉਦਮ ਕਰਨਾ ਪਵੇਗਾ, ਚਾਹੇ ਕੋਈ ਸਕੂਲ ਵਿੱਚ ਪੜ੍ਹਨਾ ਹੈ, ਕੋਈ ਰਾਜਨੀਤਿਕ ਕੰਮ ਹੈ, ਕੋਈ ਧਾਰਮਿਕ ਹੈ, ਆਰਥਿਕ ਹੈ, ਜਾਂ ਘਰ ਦੀ ਸਾਫ਼ ਸਫਾਈ ਹੈ, ਕੁਝ ਵੀ ਉਦਮ ਤਾਂ ਜ਼ਰੂਰੀ ਹੈ। ਤੇ ਗੁਰੂ ਦੇ ਮਿਲਾਪ ਵਾਸਤੇ ਵੀ ਉਦਮ ਤਾਂ ਕਰਨਾ ਪਵੇਗਾ ਨਾ। ਇਸ ਲਈ ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਉਦਮ ਕਰੇ, ਗੁਰੂ ਜੀ ਦੀ ਪਾਵਨ ਬਾਣੀ ਪੜ੍ਹੇ, ਆਪ ਪੜ੍ਹੇ, ਬੇਸ਼ੱਕ ਇੱਕ ਲਾਈਨ ਹੀ ਪੜ੍ਹੇ, ਔਰ ਉਸ ਇੱਕ ਲਾਈਨ ਦਾ ਅਰਥ ਪੜ੍ਹੇ, ਔਰ ਫਿਰ ਉਹਦੇ ਮੁਤਾਬਕ ਜ਼ਿੰਦਗੀ ਜੀਣ ਦੇ ਟਰਾਈ ਕਰੇ, ਉਦਮ ਕਰੇ, ਤਾਂ ਜ਼ਰੂਰ ਸਫਲ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਜੇ ਉਦਮ ਦੇ ਨਾਲ ਸਤਿਗੁਰੂ ਮਿਲ ਪਵੇ ਤਾਂ ਹਰੀ ਪ੍ਰਭੂ ਦੀ ਬਖਸ਼ਿਸ਼ ਔਰ ਰਹਿਮਤ ਮਿਲਦੀ ਹੈ। ਉਹ ਪਾਵਾਂ ਸਿਰ ਉਹ ਪਾਓ ਹੈ, ਨਾਉ ਪ੍ਰਾਪਤ ਹੋਏ। ਉਪਾਵਾਂ ਸਿਰ ਉਪਾਉ ਦਾ ਮਤਲਬ ਸਾਰਿਆਂ ਉਪਾਵਾਂ ਤੋਂ ਸ਼੍ਰੋਮਣੀ ਉਪਾ, ਸਾਰੇ ਉਪਾਵਾਂ ਦੇ ਨਾਲੋਂ ਵਧੀਆ। ਹੁਣ ਲੋਕ ਉਪਾਅ ਕੀ ਕਰਦੇ ਨੇ, ਕਈਆਂ ਨੂੰ ਸਿਰ ਪੀੜ ਹੋਵੇ ਤੇ ਉਹ ਫਾਂਡੇ ਕਰਾਉਂਦੇ ਫਿਰਦੇ ਨੇ, ਕਿਸੇ ਨੂੰ ਕੋਈ ਹੈ ਤੇ ਉਹ ਕਿਸੇ ਬਾਬੇ ਕੋਲ ਪਹੁੰਚ ਜਾਂਦਾ ਹੈ, ਪੁਜਾਰੀ ਕੋਲ ਪਹੁੰਚ ਜਾਂਦਾ ਹੈ, ਤੇ ਉਹ ਕਹਿੰਦਾ ਜੀ ਤੁਸੀਂ ਉਪਾਅ ਕਰਾਓ। ਤੇ ਉਪਾਅ ਕੀ ਕਰਾਓ, ਉਹ ਫਿਰ ਆਪਣੇ ਕਮਾਈ ਦਾ ਸਾਧਨ ਉਸ ਚੀਜ਼ ਨੂੰ ਬਣਾ ਲੈਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਕੋਈ ਉਪਾਅ ਨਹੀਂ ਹਨ ਸੁਖ ਸ਼ਾਂਤੀ ਵਾਸਤੇ, ਕਿ ਤੁਸੀਂ ਜੋਤਸ਼ੀਆਂ ਕੋਲ ਜਾਓ ਤੇ ਵਾਸਤੂ ਸ਼ਾਸਤਰ ਵਾਲਿਆਂ ਕੋਲ ਜਾਓ ਜਾਂ ਵਰਤ ਨਰਾਤੇ ਕਰਨ ਦਾ ਉਪਾਅ ਕਰੋ। ਇਹ ਕੋਈ ਇਨਸਾਨੀਅਤ ਪੈਦਾ ਕਰਨ ਵਾਸਤੇ ਉਪਾਅ ਨਹੀਂ ਹਨ, ਜੀਵਨ ਨੂੰ ਮਹਾਨ ਬਣਾਉਣ ਵਾਸਤੇ ਇਹ ਉਪਾਅ ਨਹੀਂ ਹਨ। ਸਾਰੇ ਵਸੀਲਿਆਂ ਦੇ ਨਾਲੋਂ ਵਧੀਆ ਵਸੀਲਾ ਇਹ ਹੈ, ਨਾਉ ਪ੍ਰਾਪਤ ਹੋਏ। ਨਾਉ ਦਾ ਮਤਲਬ ਹੁਕਮ, ਪ੍ਰਾਪਤ ਹੋਏ ਦਾ ਮਤਲਬ ਪ੍ਰਾਪਤ ਹੋ ਜਾਏ, ਜੇ ਸਾਨੂੰ ਹੁਕਮ ਦੀ ਸਮਝ ਆ ਜਾਏ, ਜੇ ਅਸੀਂ ਰੱਬੀ ਹੁਕਮ ਨੂੰ ਸਮਝ ਕੇ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਵੀਏ, ਸਭ ਤੋਂ ਉੱਤਮ ਵਸੀਲਾ ਇਹੀ ਹੈ ਹੁਕਮ ਰਜ਼ਾਈ ਚੱਲਣਾ। ਕਿਉਂਕਿ ਹੁਕਮ ਤੋਂ ਬਿਨਾ, ਸਿਸਟਮ ਤੋਂ ਬਿਨਾ ਕੋਈ ਕਾਰਜ ਰਾਸ ਆ ਹੀ ਨਹੀਂ ਸਕਦਾ। ਜਿੰਨੇ ਮਰਜ਼ੀ ਉਪਾਅ ਕਰੀ ਜਾਓ, ਕਾਲੇ ਛੋਲੇ ਮਤਲਬ ਨਹਿਰ ਦੇ ਵਿੱਚ ਸੁੱਟੀ ਜਾਓ, ਨਾਰੀਅਲ ਰੋੜੀ ਜਾਓ, ਸੰਧੂਰ ਲਾ ਲਾ ਕੇ ਨਾਰੀਅਲ ਚੌਕ ਵਿੱਚ ਰੱਖੀ ਜਾਓ, ਉਹਦੇ ਨਾਲ ਕੀ ਹੋਏਗਾ, ਕੁਝ ਵੀ ਨਹੀਂ, ਜੇ ਸਿਸਟਮ ਨੂੰ ਫੋਲੋ ਨਹੀਂ ਕਰਦੇ। ਤਾਂ ਜੇ ਹੁਕਮ ਦੀ ਸਮਝ ਆ ਜਾਏ, ਰੱਬੀ ਸਿਫਤ ਸਲਾਹ ਬੰਦਾ ਕਰੇ, ਗੁਰੂ ਦੇ ਦੱਸੇ ਰਾਹਾਂ ਤੇ ਚੱਲੇ, ਉਦਮ ਕਰਕੇ ਗੁਰੂ ਨੂੰ ਮਿਲ ਪਵੇ ਔਰ ਗੁਰੂ ਤੋਂ ਹੁਕਮ ਦੀ ਸਮਝ ਆ ਜਾਏ, ਸਭ ਤੋਂ ਵਧੀਆ ਉਪਾਅ ਇਹ ਹੈ। ਇਹ ਤੋਂ ਵੱਡਾ ਉਪਾਅ ਕੋਈ ਨਹੀਂ ਹੈ, ਇਹ ਤੋਂ ਵੱਡਾ ਵਸੀਲਾ ਕੋਈ ਨਹੀਂ। ਤਾਂ ਸਭ ਤੋਂ ਵੱਡਾ ਵਸੀਲਾ ਜ਼ਿੰਦਗੀ ਨੂੰ ਸਫਲ ਕਰਨ ਦਾ ਕੀ ਹੈ, ਉਦਮ ਕਰਕੇ ਗੁਰੂ ਦੇ ਨਾਲ ਜੁੜਨਾ, ਗੁਰੂ ਦੇ ਦੱਸੇ ਰਾਹਾਂ ਤੇ ਚੱਲਣਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣਾ ਔਰ ਰੱਬੀ ਗੁਣਾਂ ਦੀ ਪ੍ਰਾਪਤੀ ਕਰਨੀ। ਉਹਦੇ ਨਾਲ ਕੀ ਹੋਏਗਾ, ਰਿਜ਼ਲਟ ਕੀ ਨਿਕਲੇਗਾ, ਅੰਦਰ ਸ਼ੀਤਲ ਸ਼ਾਂਤ ਹੈ, ਹਿਰਦੈ ਸਦਾ ਸੁਖ ਹੋਏ। ਜਿਨ੍ਹਾਂ ਨੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਕੀਤਾ, ਜਿਨ੍ਹਾਂ ਨੂੰ ਹੁਕਮ ਦੀ ਸੂਝ ਆ ਗਈ, ਜਿਨ੍ਹਾਂ ਨੇ ਆਪਣੇ ਅੰਦਰ ਰੱਬੀ ਗੁਣਾਂ ਨੂੰ ਵਸਾ ਲਿਆ, ਤਾਂ ਉਹਨਾਂ ਮਨੁੱਖਾਂ ਦਾ ਮਨ ਠੰਡਾ ਠਾਰ ਹੋ ਜਾਂਦਾ ਹੈ, ਉਹਨਾਂ ਦੇ ਹਿਰਦੇ ਦੇ ਅੰਦਰ ਹਮੇਸ਼ਾ ਆਨੰਦ ਬਣਿਆ ਰਹਿੰਦਾ ਹੈ। ਤਾਂ ਦੇਖੋ ਬਿਲਕੁਲ ਕਿੰਨੇ ਆਸਾਨ ਤਰੀਕੇ ਦੇ ਨਾਲ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਔਰ ਇਸ ਚੀਜ਼ ਨੂੰ ਥੋੜਾ ਜਿਹਾ ਵਿਚਾਰ ਕੇ ਵੇਖੀਏ ਕਿ ਜਿਸ ਮਨੁੱਖ ਦੇ ਅੰਦਰ ਸੱਚਾਈ ਹੈ, ਪ੍ਰੇਮ ਹੈ, ਨਿਮਰਤਾ ਹੈ, ਸਹਿਨਸ਼ੀਲਤਾ ਹੈ, ਤਾਂ ਅੰਦਰੋਂ ਸ਼ਾਂਤ ਹੋਏਗਾ ਉਹ।
ਉਹਦੇ ਹਿਰਦੇ ਦੇ ਅੰਦਰ ਹਮੇਸ਼ਾ ਆਨੰਦ ਬਣਿਆ ਰਹੇਗਾ। ਜਿਸ ਦੀ ਜ਼ਿੰਦਗੀ ਵਿੱਚ ਉਦਮ ਹੈ, ਚੰਗੇ ਗੁਣ ਨੇ, ਉਹਦੇ ਜੀਵਨ ਦੇ ਅੰਦਰ ਸ਼ਾਂਤੀ ਬਣੀ ਰਹੇਗੀ। ਅੰਮ੍ਰਿਤ ਖਾਣਾ ਪਹਿਨਣਾ, ਨਾਨਕ ਨਾਏ ਵਡਿਆਈ ਹੋਈ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ। ਨਾਏ ਦਾ ਮਤਲਬ ਨਾਮ ਦੀ ਰਾਈ। ਖੁਰਾਕ ਤੇ ਪੁਸ਼ਾਕ, ਜ਼ਿੰਦਗੀ ਦਾ ਆਸਰਾ। ਦੇਖੋ, ਸਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਨਾ। ਇੱਕ ਅਸੀਂ ਕੱਪੜੇ ਪਾਣੇ ਨੇ, ਇੱਕ ਜ਼ਿੰਦਗੀ ਜੀਣ ਵਾਸਤੇ ਸਾਨੂੰ ਖੁਰਾਕ ਚਾਹੀਦੀ ਹੈ, ਰਹਿਣ ਵਾਸਤੇ ਸਾਨੂੰ ਘਰ ਆਦਿਕ ਚਾਹੀਦਾ ਹੈ। ਤਾਂ ਇੱਥੇ ਖਾਣਾ ਪਹਿਨਣਾ ਦਾ ਮਤਲਬ ਹੈ ਜ਼ਿੰਦਗੀ ਦਾ ਆਸਰਾ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ, ਰੱਬ ਦੀ ਸਿਫਤ ਸਲਾਹ, ਰੱਬ ਦਾ ਹੁਕਮ। ਤਾਂ ਗੁਰੂ ਜੀ ਕਹਿੰਦੇ ਨੇ, ਸਤਿਗੁਰ ਦੇ ਮਿਲਣ ਨਾਲ ਜਿਸ ਮਨੁੱਖ ਦੀ ਖੁਰਾਕ ਤੇ ਪੁਸ਼ਾਕ, ਭਾਵ ਜ਼ਿੰਦਗੀ ਦਾ ਆਸਰਾ, ਆਤਮਿਕ ਜੀਵਨ ਦੇਣ ਵਾਲੇ ਰੱਬੀ ਗੁਣ ਬਣ ਜਾਂਦੇ ਨੇ, ਉਹਨੂੰ ਇਸ ਹੁਕਮ ਦੀ ਰਾਹੀਂ ਸਭ ਥਾਵਾਂ ਦੇ ਉੱਤੇ ਵਡਿਆਈ ਮਿਲਦੀ ਹੈ। ਤਾਂ ਇਹਨੂੰ ਆਸਾਨ ਸ਼ਬਦਾਂ ਵਿੱਚ ਅਸੀਂ ਐਵੇਂ ਸਮਝ ਸਕਦੇ ਹਾਂ, ਜੋ ਰੱਬੀ ਹੁਕਮ ਨੂੰ ਆਪਣੇ ਆਤਮਿਕ ਜੀਵਨ ਦੀ ਖੁਰਾਕ ਬਣਾ ਲੈਂਦਾ ਹੈ, ਉਹਨੂੰ ਆਤਮਿਕ ਜੀਵਨ ਵੀ ਮਿਲਦਾ ਹੈ, ਔਰ ਉਸ ਮਨੁੱਖ ਨੂੰ ਹਰ ਥਾਂ ਦੇ ਉੱਤੇ ਮਾਣ, ਆਦਰ ਔਰ ਸਤਿਕਾਰ ਵੀ ਮਿਲਦਾ ਹੈ। ਇਸ ਲਈ ਅਸੀਂ ਰੱਬੀ ਗੁਣਾਂ ਨੂੰ ਔਰ ਰੱਬੀ ਰਜ਼ਾ ਨੂੰ ਆਪਣੇ ਜੀਵਨ ਦਾ ਆਸਰਾ ਔਰ ਆਧਾਰ ਬਣਾਉਣਾ ਹੈ। ਮਹਿਲਾ ਤੀਜਾ, ਇਹ ਮਨ ਗੁਰ ਕੀ ਸਿੱਖ ਸੁਣ, ਪਾਏ ਹੈ ਗੁਣੀ ਨਿਧਾਨ। ਇੱਥੇ ਸਿੱਖ ਦਾ ਮਤਲਬ ਹੈ ਸਿੱਖਿਆ। ਜੇ ਸਿੱਖ ਦੇ ਖੱਖੇ ਥੱਲੇ ਔਂਕੜ ਹੁੰਦਾ ਤਾਂ ਇਹਦਾ ਮਤਲਬ ਹੋਣਾ ਸੀ ਇੱਕ ਸਿੱਖ। ਤੇ ਸਿੱਖ ਸ਼ਬਦ ਨੂੰ ਬਹੁਵਚਨ ਬਣਾਉਣ ਲਈ ਵੀ ਔਂਕੜ ਹਟਾਇਆ ਜਾਂਦਾ ਹੈ, ਤੇ ਕਿਸੇ ਮੇਲ ਜੈਂਡਰ ਨੂੰ ਫੀਮੇਲ ਜੈਂਡਰ ਬਣਾਉਣ ਵਾਸਤੇ ਵੀ ਔਂਕੜ ਹਟਾਇਆ ਜਾਂਦਾ ਹੈ। ਇੱਥੇ ਸਿੱਖ ਸ਼ਬਦ ਹੈਗਾ ਸਿੱਖਿਆ। ਇਹ ਮਨ ਗੁਰ ਕੀ ਸਿੱਖ ਸੁਣ, ਤੇ ਇਹ ਜੋ ਸਿੱਖ ਸ਼ਬਦ ਹੈ ਇਹ ਫੀਮੇਲ ਜੈਂਡਰ ਵੀ ਹੈ, ਕਿਉਂਕਿ ਕੀ ਸ਼ਬਦ ਫੀਮੇਲ ਹੈ ਨਾ। ਇਹ ਮਨ ਗੁਰ ਕੀ ਸਿੱਖ ਸੁਣ, ਕਿ ਇਹ ਮਨ ਗੁਰੂ ਦੀ ਸਿੱਖਿਆ ਸੁਣ, ਆਪਣੇ ਅੰਦਰ ਵਸਾ। ਗੁਰੂ ਦੀ ਸਿੱਖਿਆ ਸੁਣ ਕੇ ਜੇ ਮਨ ਵਿੱਚ ਵਸਾਏਗਾ ਤਾਂ ਫਿਰ ਕੀ ਮਿਲੇਗਾ? ਪਾਏ ਹੈ ਗੁਣੀ ਨਿਧਾਨ, ਗੁਣਾਂ ਦਾ ਖਜ਼ਾਨਾ ਪ੍ਰਭੂ ਮਿਲ ਜਾਏਗਾ। ਗੁਣਾਂ ਦਾ ਖਜ਼ਾਨਾ ਤੈਨੂੰ ਮਿਲ ਜਾਏਗਾ, ਕਿਉਂਕਿ ਗੁਰੂ ਨੇ ਸਾਨੂੰ ਗੁਣਾਂ ਦੇ ਨਾਲ ਜੋੜਨਾ ਹੈ। ਗੁਰੂ ਜੀ ਸਾਨੂੰ ਹਰ ਸ਼ਬਦ ਵਿੱਚ ਦੱਸ ਰਹੇ ਨੇ, ਅਵਗੁਣਾਂ ਨੂੰ ਛੱਡ ਕੇ ਗੁਣਾਂ ਦੇ ਧਾਰਨੀ ਹੋਵੋ, ਝੂਠ ਨੂੰ ਛੱਡ ਕੇ ਸੱਚੇ ਰਾਹ ਦੇ ਉੱਤੇ ਤੁਰੋ, ਮਨਮੁਖਤਾ ਨੂੰ ਛੱਡ ਕੇ ਗੁਰਮੁਖਤਾ ਨੂੰ ਅਪਣਾਓ, ਗੈਰ ਇਨਸਾਨੀਅਤ ਨੂੰ ਛੱਡ ਕੇ ਇਨਸਾਨੀਅਤ ਵਾਲੇ ਕਰਮ ਕਰੋ, ਪਸ਼ੂ ਬਿਰਤੀਆਂ ਨੂੰ ਛੱਡ ਕੇ ਇਨਸਾਨੀ ਜ਼ਿੰਦਗੀ ਜੀਣ ਦਾ ਯਤਨ ਕਰੋ। ਤਾਂ ਜੇ ਤੂੰ ਗੁਰੂ ਦੀ ਸਿੱਖਿਆ ਸੁਣੇ, ਗੁਰੂ ਦੀ ਸਿੱਖਿਆ ਸੁਣ ਕੇ ਮਨ ਵਿੱਚ ਵਸਾਏ, ਤਾਂ ਤੂੰ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਪਾ ਲਵੇਂਗਾ। ਰੱਬ ਕੀ ਇਹ ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ। ਸੁਖ ਦਾਤਾ ਤੇਰੇ ਮਨ ਵਸੈ, ਹਉਮੈ ਜਾਏ ਗੁਮਾਨ। ਤੇਰੇ ਮਨ ਦਾ ਮਤਲਬ ਤੇਰੇ ਮਨ ਵਿੱਚ, ਵਸੈ ਦਾ ਮਤਲਬ ਵਸ ਪਵੇਗਾ, ਦਿਸ ਪਏਗਾ, ਜਾਏ ਦਾ ਮਤਲਬ ਦੂਰ ਹੋ ਜਾਏਗਾ। ਤਾਂ ਸਾਰੇ ਸੁੱਖ ਦੇਣ ਵਾਲਾ ਪ੍ਰਭੂ ਤੇਰੇ ਮਨ ਵਿੱਚ ਵਸ ਪਏਗਾ, ਤੇਰੇ ਅੰਦਰੋਂ ਹਉਮੈ ਔਰ ਅਹੰਕਾਰ ਚਲਾ ਜਾਏਗਾ। ਜੇ ਤੂੰ ਗੁਰੂ ਦੀ ਸਿੱਖਿਆ ਸੁਣੇ, ਗੁਰੂ ਦੀ ਸਿੱਖਿਆ ਨੂੰ ਆਪਣੇ ਮਨ ਵਿੱਚ ਵਸਾਏ, ਤਾਂ ਜੋ ਸਾਰੇ ਸੁੱਖ ਦੇਣ ਵਾਲਾ ਪ੍ਰਭੂ ਹੈ ਉਹ ਤੇਰੇ ਅੰਦਰ ਹਿਰਦੇ ਵਿੱਚ ਵਸ ਜਾਏਗਾ, ਤੈਨੂੰ ਚਾਰ ਚੁਫੇਰੇ ਦਿਸ ਜਾਏਗਾ। ਲੇਕਿਨ ਇਹ ਕੰਮ ਤਾਂ ਹੋਏਗਾ ਜੇ ਤੇਰੇ ਅੰਦਰੋਂ ਹਉਮੈ ਹੰਕਾਰ ਚਲਾ ਜਾਏ, ਔਰ ਜੇ ਗੁਰੂ ਦੀ ਸਿੱਖਿਆ ਨੂੰ ਸੁਣੇਗਾ ਤਾਂ ਤੇਰੇ ਅੰਦਰੋਂ ਹਉਮੈ ਹੰਕਾਰ ਵੀ ਚਲਾ ਜਾਏਗਾ। ਗੁਰੂ ਦੇ ਦੱਸੇ ਰਾਹਾਂ ਤੇ ਚੱਲੇਗਾ, ਤੇਰੇ ਅੰਦਰ ਈਗੋ ਵੀ ਨਹੀਂ ਰਹੇਗੀ। ਤੈਨੂੰ ਇਸ ਚੀਜ਼ ਦੀ ਸਮਝ ਆ ਜਾਏਗੀ ਕਿ ਸਾਰਾ ਕੁਝ ਰੱਬੀ ਰਜ਼ਾ ਦੇ ਵਿੱਚ ਹੈ। ਤਾਂ ਜਿਹੜਾ ਹੁਕਮ ਨੂੰ ਬੁੱਝ ਲੈਂਦਾ ਹੈ ਉਹ ਫਿਰ ਹਉਮੈ ਕਹਿੰਦਾ ਹੀ ਨਹੀਂ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿਣਾ। ਨਾਨਕ ਨਦਰੀ ਪਾਈ ਹੈ ਅੰਮ੍ਰਿਤ ਗੁਣੀ ਨਿਧਾਨ। ਨਦਰੀ ਦਾ ਮਤਲਬ ਮਿਹਰ ਦੀ ਨਿਗਾਹ ਨਾਲ, ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ, ਗੁਣੀ ਨਿਧਾਨ ਦਾ ਮਤਲਬ ਗੁਣਾਂ ਦਾ ਖਜ਼ਾਨਾ ਪ੍ਰਭੂ। ਆਤਮਿਕ ਜੀਵਨ ਦੇਣ ਵਾਲਾ ਔਰ ਸਾਰੇ ਗੁਣਾਂ ਦਾ ਖਜ਼ਾਨਾ ਪ੍ਰਭੂ ਜਿਹੜਾ ਹੈ ਉਹ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ, ਬਖਸ਼ਿਸ਼ ਦੇ ਨਾਲ ਮਿਲਦਾ ਹੈ। ਨਦਰੀ ਦਾ ਮਤਲਬ ਬਖਸ਼ਿਸ਼ ਨਾਲ, ਰਹਿਮਤ ਨਾਲ, ਬਖਸ਼ਿਸ਼ ਦੇ ਨਾਲ ਮਿਲਦਾ ਹੈ। ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ, ਆਤਮਿਕ ਜੀਵਨ ਦੇਣ ਵਾਲਾ ਹੈ, ਉਹ ਬਖਸ਼ਿਸ਼ ਦੇ ਨਾਲ ਮਿਲਦਾ ਹੈ, ਰਹਿਮਤ ਨਾਲ।
ਤੇ ਰਹਿਮਤ ਬਾਰੇ ਅਸੀਂ ਬਹੁਤ ਵਾਰ ਵਿਚਾਰ ਕਰ ਚੁੱਕੇ ਹਾਂ ਕਿ ਰਹਿਮਤ ਚਾਰ ਚੁਫੇਰੇ ਬਰਸ ਰਹੀ ਹੈ, ਰਹਿਮਤ ਹੋਈ ਪਈ ਹੈ, ਹੋ ਰਹੀ ਹੈ, ਸਿਰਫ ਅਸੀਂ ਉਸ ਰਹਿਮਤ ਨੂੰ ਯੂਜ਼ ਕਰਨਾ ਹੈ। ਚਾਰ ਚੁਫੇਰੇ ਸ਼ੁਭ ਗੁਣ ਹਰ ਥਾਂ ਦੇ ਉੱਤੇ ਮੌਜੂਦ ਨੇ, ਸਾਡੇ ਅੰਦਰ ਮੌਜੂਦ ਨੇ, ਤੇ ਇਹੀ ਰੱਬ ਦੀ ਰਹਿਮਤ ਹੈ, ਅਸੀਂ ਇਹਨੂੰ ਯੂਜ਼ ਕਰਨਾ ਹੈ। ਧਰਤੀ, ਚੰਦਰਮਾ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼, ਗੰਗਾਵਾਂ, ਨਦੀਆਂ, ਨਾਲੇ, ਦਰਿਆ, ਪਸ਼ੂ, ਪੰਛੀ, ਮਨੁੱਖ ਮਾਤਰ, ਜੋ ਵੀ ਕੁਛ ਹੈ ਰਹਿਮਤ ਹੀ ਤੇ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਹੈ, ਗੁਣਾਂ ਦਾ ਖਜ਼ਾਨਾ ਹੈ, ਰਹਿਮਤ ਰਾਹੀਂ ਮਿਲਦਾ ਹੈ, ਨਿਮਰਤਾ ਦੇ ਨਾਲ ਮਿਲਦਾ ਹੈ। ਪੌੜੀ, ਜਿਤਨੇ ਪਾਤਸ਼ਾਹ, शाह, राजे, खान, उमराव, सिकदार हैं, तितने सब हर के किए। उमरा ਦਾ ਮਤਲਬ ਅਮੀਰ, ਵੱਡੇ ਹਾਕਮ, ਸਿਕਦਾਰ ਦਾ ਮਤਲਬ ਪਠਾਣਾ ਦੇ ਰਾਜ ਦੇ ਅੰਦਰ ਇੱਕ ਹਾਕਮ ਜਿਹਨੂੰ ਸਰਦਾਰ ਕਹਿੰਦੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ, ਜਗਤ ਵਿੱਚ ਜਿੰਨੇ ਵੀ ਸ਼ਾਹ ਨੇ, ਪਾਤਸ਼ਾਹ ਨੇ, ਰਾਜੇ ਨੇ, ਖਾਨ ਨੇ, ਅਮੀਰ ਨੇ, ਸਰਦਾਰ ਨੇ, ਸਭ ਹਰ ਕੇ ਕੀਏ, ਸਭ ਰੱਬ ਦੇ ਪੈਦਾ ਕੀਤੇ ਹੋਏ ਨੇ। ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਪ੍ਰਭੂ ਹੈ। ਰੱਬੀ ਰਜ਼ਾ ਦੇ ਵਿੱਚ ਹੀ ਸਾਰੇ ਇਸ ਸੰਸਾਰ ਦੇ ਉੱਤੇ ਪੈਦਾ ਹੋਏ ਨੇ। ਜੋ ਵੀ ਰਾਜੇ ਨੇ, ਚਾਹੇ ਉਹ ਖਾਨ ਨੇ, ਬਾਦਸ਼ਾਹ ਨੇ, ਅਮੀਰ ਨੇ, ਸਰਦਾਰ ਨੇ, ਸਭ ਪ੍ਰਭੂ ਦੇ ਪੈਦਾ ਕੀਤੇ ਹੋਏ ਨੇ ਔਰ ਰੱਬੀ ਹੁਕਮ ਤੋਂ ਬਾਹਰ ਇਹ ਕੁਝ ਨਹੀਂ ਕਰ ਸਕਦੇ। ਜੋ ਕਿਛ ਹਰ ਕਰਾਵੇ ਸੋ ਓਏ ਕਰਹਿ, ਸਭ ਹਰ ਕੇ ਅਰਥੀਏ। ਅਰਥੀਏ ਦਾ ਮਤਲਬ ਮੰਗਤੇ, ਕਰਹਿ ਦਾ ਮਤਲਬ ਕਰਦੇ ਨੇ। ਜੋ ਕੁਛ ਪ੍ਰਭੂ ਉਹਨਾਂ ਪਾਸੋਂ ਕਰਾਂਦਾ ਹੈ ਉਹੀ ਉਹ ਕਰਦੇ ਨੇ, ਉਹ ਸਾਰੇ ਪ੍ਰਭੂ ਦੇ ਦਰ ਦੇ ਮੰਗਤੇ ਨੇ। ਹੁਣ ਇੱਥੇ ਸਾਨੂੰ ਨਾ ਸਮਝਣ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਸਕਦੀ ਹੈ ਕਿ ਜੋ ਪ੍ਰਭੂ ਕਰਾਂਦਾ ਹੈ ਉਹੀ ਉਹ ਕਰਦੇ ਨੇ ਔਰ ਸਾਰੇ ਪ੍ਰਭੂ ਦਰ ਦੇ ਮੰਗਤੇ ਨੇ। ਇਹ ਚੀਜ਼ ਥੋੜੀ ਜਿਹੀ ਸਮਝਣੀ ਪਵੇਗੀ। ਫਿਰ ਅਸੀਂ ਇਹ ਕਹਿ ਦਿਆਂਗੇ ਵੀ ਫਿਰ ਔਰੰਗਜ਼ੇਬ ਤੋਂ ਤੇ ਰੱਬ ਨਹੀਂ ਕਰਾਇਆ ਜੋ ਕੁਝ ਕਰਾਇਆ, ਤਾਂ ਫਿਰ ਔਰੰਗਜ਼ੇਬ ਦਾ ਤਾਂ ਕੋਈ ਕਸੂਰ ਨਾ ਹੋਇਆ, ਜਾਂ ਹਿਟਲਰ ਹੈ, ਜਾਂ 84 ਦੇ ਵਿੱਚ ਜੋ ਕੁਝ ਵੀ ਹੋਇਆ ਹੈ, ਜਾਂ ਅੱਜ ਕੋਈ ਮਾੜੇ ਕਰਮ ਕਰ ਰਿਹਾ ਹੈ ਕੋਈ ਰਾਜਾ ਬਾਦਸ਼ਾਹ, ਤਾਂ ਰੱਬ ਹੀ ਕਰਾ ਰਿਹਾ, ਤਾਂ ਇਹਦਾ ਮਤਲਬ ਫਿਰ ਦੋਸ਼ੀ ਤੇ ਰੱਬ ਹੋਇਆ ਨਾ ਸਰੇਆਮ। ਲੇਕਿਨ ਗੱਲ ਇਹ ਨਹੀਂ ਹੈ, ਇੱਥੇ ਚੀਜ਼ ਸਮਝਣ ਵਾਲੀ ਹੈ ਜੋ ਪਿੱਛੇ ਭਾਵਨਾ ਹੈ ਕਿ ਜੋ ਹਰ ਕਰਾਵੇ, ਜੋ ਰੱਬ ਕਰਾਂਦਾ ਹੈ, ਮਤਲਬ ਸਿਸਟਮ ਜੋ ਹੈ ਰੱਬ ਦੀ ਰਜ਼ਾ ਹੈ, ਜੋ ਭਾਣਾ ਹੈ, ਉਹ ਸਾਰੇ ਭਾਣੇ ਵਿੱਚ ਨੇ, ਰਜ਼ਾ ਤੋਂ ਬਾਹਰ ਨਹੀਂ, ਸਿਸਟਮ ਤੋਂ ਬਾਹਰ ਨਹੀਂ। ਹੁਣ ਇਹ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਵੀ ਚੰਗਾ ਮਾੜਾ ਸਾਰਾ ਕੁਝ ਸਿਸਟਮ ਦੇ ਵਿੱਚ ਹੈ। ਸਤ ਸੰਤੋਖ, ਦਇਆ, ਧਰਮ, ਧੀਰਜ ਵਾਲੇ ਕੋਈ ਸਿਸਟਮ ਨੂੰ ਫੋਲੋ ਕਰੇਗਾ ਜਾਂ ਈਰਖਾ, ਦਵੇਸ਼, ਵੈਰ, ਵਿਰੋਧ ਵਾਲੇ ਸਿਸਟਮ ਨੂੰ ਫੋਲੋ ਕਰੇਗਾ। ਦੋਵੇਂ ਹੀ ਚੀਜ਼ਾਂ ਹੁਕਮ ਵਿੱਚ ਨੇ, ਸਿਸਟਮ ਵਿੱਚ ਨੇ, ਤੇ ਉਹਨਾਂ ਦਾ ਰਿਜ਼ਲਟ ਜਿਹੜਾ ਹੈ ਸਿਸਟਮ ਦੇ ਵਿੱਚ ਹੀ ਨਿਕਲੇਗਾ। ਜੇ ਅਸੀਂ ਬੁਰਾਈਆਂ ਕਰਾਂਗੇ ਤਾਂ ਉਹਦਾ ਰਿਜ਼ਲਟ ਬੁਰਾ ਨਿਕਲੇਗਾ, ਚੰਗਾ ਕਰਾਂਗੇ ਤਾਂ ਰਿਜ਼ਲਟ ਚੰਗਾ ਨਿਕਲੇਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਰੱਬ ਦੇ ਮੰਗਤੇ ਨੇ, ਰੱਬੀ ਹੁਕਮ ਦੇ ਵਿੱਚ ਨੇ, ਇਹ ਹੁਕਮ ਤੋਂ ਬਾਹਰ ਕੁਝ ਨਹੀਂ ਕਰ ਸਕਦੇ। ਜੇ ਕੋਈ ਰਾਜਾ ਬਾਦਸ਼ਾਹ ਚਾਹੇ ਕਿ ਮੈਂ ਹੁਕਮ ਨੂੰ ਬਦਲ ਦਵਾਂ ਕਿ ਸੂਰਜ 2 ਘੰਟੇ ਅੱਜ ਮੈਂ ਲੇਟ ਚੜਾਵਾਂ, ਐਸਾ ਨਹੀਂ ਹੋ ਸਕਦਾ। ਸਿਸਟਮ ਦੇ ਵਿੱਚ ਹੀ ਇਹਨਾਂ ਨੂੰ ਜੀਣਾ ਪੈਂਦਾ ਹੈ। ਸੋ ਐਸਾ ਹਰ ਸਭਨਾ ਕਾ ਪ੍ਰਭ, ਸਤਿਗੁਰ ਕੇ ਵੱਲ ਹੈ, ਤਿੰਨ ਸਭ ਵਰਨ ਚਾਰੇ ਖਾਣੀ, ਸਭ ਸ੍ਰਿਸ਼ਟ ਗੋਲੇ ਕਰ, ਸਤਿਗੁਰ ਅੱਗੇ ਕਾਰ ਕਮਾਵਣ ਕੋ ਦੀਏ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾ ਰਹੇ ਨੇ, ਪ੍ਰਭ ਦਾ ਮਤਲਬ ਮਾਲਕ, ਕਹਿ ਵੱਲ ਦਾ ਮਤਲਬ ਦੇ ਪੱਖ ਵਿੱਚ, ਤਿੰਨ ਦਾ ਮਤਲਬ ਉਸ ਪ੍ਰਭੂ ਨੇ, ਚਾਰੇ ਖਾਣੀ ਦਾ ਮਤਲਬ ਚੌਵਾਂ ਖਾਣੀਆਂ ਦੇ ਜੀਵ ਜੋ ਅੰਡਜ, ਜੇਰਜ, ਸੀਤਜ, ਉਤਪੁਜ ਹੈ, ਗੋਲੇ ਦਾ ਮਤਲਬ ਦਾਸ, ਦੀਏ ਦਾ ਮਤਲਬ ਰੱਖ ਦਿੱਤੇ ਨੇ। ਕਿ ਸੋ ਐਸਾ ਹਰ ਸਭਨਾ ਕਾ ਪ੍ਰਭ, ਸਤਿਗੁਰ ਕੇ ਵੱਲ ਹੈ, ਤਿੰਨ ਸਭ ਵਰਨ ਚਾਰੇ ਖਾਣੀ, ਸਭ ਸ੍ਰਿਸ਼ਟ ਗੋਲੇ ਕਰ, ਸਤਿਗੁਰ ਅੱਗੇ ਕਾਰ ਕਮਾਵਣ ਕੋ ਦੀਏ। ਕਿ हे ਭਾਈ, ਇਹੋ ਜੀ ਸਮਰੱਥਾ ਵਾਲਾ ਸਭਨਾ ਜੀਵਾਂ ਦਾ ਮਾਲਕ ਉਹ ਪ੍ਰਭੂ ਹਮੇਸ਼ਾ ਹੀ ਸਤਿਗੁਰ ਦੇ ਸਿਰ ਤੇ ਹੈ। ਉਸ ਪ੍ਰਭੂ ਨੇ ਚੌਹਾਂ ਵਰਨਾ, ਚੌਹਾਂ ਖਾਣੀਆਂ,
ਸਾਰੇ ਜੀਵ, ਸਾਰੀ ਸ੍ਰਿਸ਼ਟੀ ਦੇ ਜੀਵ ਗੁਰੂ ਦੇ ਸੇਵਕ ਬਣਾ ਕੇ ਗੁਰੂ ਦੇ ਦਰ ਤੇ ਸੇਵਾ ਕਰਨ ਲਈ ਖੜੇ ਕਰ ਦਿੱਤੇ ਹਨ। ਯਾਨੀ ਇਹਦਾ ਜੋ ਭਾਵ ਹੈ ਉਹ ਇਹ ਹੈ ਕਿ ਜਿੰਨੇ ਵੀ ਸੰਸਾਰ ਦੇ ਜੀਵ ਜੰਤ ਨੇ, ਚਾਹੇ ਉਹ ਅਮੀਰ ਨੇ ਜਾਂ ਗਰੀਬ ਨੇ, ਗੁਰੂ ਦੇ ਗਿਆਨ ਤੋਂ ਬਿਨਾ ਸਾਰੇ ਹੀ ਵਿਅਰਥ ਨੇ, ਬੇਕਾਰ ਨੇ। ਗਿਆਨ ਤੋਂ ਬਿਨਾ ਜਿਹੜਾ ਨਾ ਉਹ ਜੀਵਨ ਸਫਲ ਨਹੀਂ ਕਰ ਸਕਦੇ। ਜੇਕਰ ਇਹਨਾਂ ਨੇ ਆਤਮਿਕ ਜ਼ਿੰਦਗੀ ਜੀਣੀ ਹੈ ਕਿਸੇ ਨੇ ਵੀ, ਤਾਂ ਉਹਨੂੰ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੀ ਪਵੇਗੀ। ਇਸ ਲਈ ਗੁਰੂ ਦੇ ਅਰਥੀਏ ਨੇ ਭਾਵ ਗੁਰੂ ਦਾ ਗਿਆਨ ਮਹਾਨ ਹੈ। ਗੁਰੂ ਗਿਆਨ ਤੋਂ ਬਿਨਾ ਕੋਈ ਵੀ ਇਨਸਾਨ ਇਸ ਦੁਨੀਆ ਦੇ ਅੰਦਰ ਸੁਖ ਸ਼ਾਂਤੀ ਨਹੀਂ ਪਾ ਸਕਦਾ, ਔਰ ਗੁਰੂ ਦੇ ਦੱਸੇ ਰਾਹਾਂ ਤੇ ਚੱਲਣ ਤੋਂ ਬਿਨਾ ਕਦੇ ਵੀ ਕਿਸੇ ਦੀ ਜ਼ਿੰਦਗੀ ਦੇ ਅੰਦਰ ਕਾਮਯਾਬੀ ਨਹੀਂ ਹੁੰਦੀ। ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤ ਹੋ, ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਨ ਦੂਤ ਸਭ ਮਾਰ ਕਢੀਏ। ਮਾਰ ਕਢੀਏ ਦਾ ਮਤਲਬ ਮਾਰ ਕੇ ਕੱਢ ਦਿੱਤੇ ਨੇ। ਹੇ ਸੰਤ ਜਨੋ, ਹੇ ਰੱਬ ਦੇ ਪਿਆਰਿਓ, ਵੇਖੋ ਪ੍ਰਭੂ ਦੀ ਭਗਤੀ ਕਰਨ ਦਾ ਇਹ ਗੁਣ ਹੈ, ਵਡਿਆਈ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣ ਦੀ ਇਹ ਵਡਿਆਈ ਹੈ ਕਿ ਪ੍ਰਭੂ ਨੇ ਰੱਬੀ ਗੁਣਾਂ ਦੇ ਧਾਰਨੀ ਹੋਣ ਵਾਲੇ ਇਨਸਾਨਾਂ ਦੇ ਸ਼ਰੀਰ ਨਗਰ ਵਿੱਚੋਂ ਜੋ ਕਾਮ ਕ੍ਰੋਧ ਆਦਿਕ ਵੈਰੀ ਦੁਸ਼ਮਨ ਸਨ, ਉਹ ਮਾਰ ਕੇ ਸਾਰੇ ਬਾਹਰ ਕੱਢ ਦਿੱਤੇ ਨੇ। ਹਰ ਸੇਵੇ ਕੀ ਐਸੀ ਵਡਿਆਈ, ਹਰ ਸੇਵੇ ਦਾ ਮਤਲਬ ਰੱਬੀ ਰਜ਼ਾ ਵਿੱਚ ਤੁਰਨ ਦੀ ਇਹ ਵਡਿਆਈ ਹੈ, ਇਹ ਮਹਾਨਤਾ ਹੈ ਕਿ ਹੇ ਰੱਬ ਦੇ ਪਿਆਰਿਓ, ਵੇਖੋ ਕਿ ਰੱਬੀ ਰਜ਼ਾ ਵਿੱਚ ਤੁਰਨ ਦੀ ਇਹ ਵਡਿਆਈ ਹੈ, ਇਹ ਮਹਾਨਤਾ ਹੈ ਕਿ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਧਾਰਨ ਕੀਤਾ, ਉਹਨਾਂ ਦੀ ਜ਼ਿੰਦਗੀ ਚੋਂ ਪ੍ਰਭੂ ਨੇ ਕਾਮ ਕ੍ਰੋਧ ਆਦਿਕ ਜੋ ਮਨੁੱਖਤਾ ਦੇ ਵੈਰੀ ਨੇ, ਉਹਨਾਂ ਨੂੰ ਮਾਰ ਕੇ ਉਹਨਾਂ ਦੇ ਜੀਵਨ ਚੋਂ ਬਾਹਰ ਕਰ ਦਿੱਤਾ। ਹਰ ਹਰ ਕਿਰਪਾਲ ਹੁਆ ਭਗਤ ਜਨਾ ਉੱਪਰ, ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ। ਜਿਸ ਦਾ ਮਤਲਬ ਹੈ ਕਿ ਇਹ ਭਾਈ ਪ੍ਰਭੂ ਆਪਣੇ ਪਿਆਰਿਆਂ ਤੇ ਸ਼ਰਨ ਪਿਆਂ ਤੇ ਸਦਾ ਹੀ ਦਇਆਵਾਨ ਹੁੰਦਾ ਹੈ। ਪ੍ਰਭੂ ਨੇ ਮਿਹਰ ਕਰਕੇ ਆਪਣੇ ਪਿਆਰਿਆਂ ਨੂੰ ਕਾਮਾਦਿਕ ਤੋਂ ਆਪ ਬਚਾ ਲਿਆ ਹੈ। ਜੋ ਪ੍ਰਭੂ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਕਾਮਾਦਿਕ ਵੈਰੀਆਂ ਤੋਂ ਬਚ ਜਾਂਦੇ ਨੇ। ਤਾਂ ਇਹਦਾ ਮਤਲਬ ਇਹ ਨਹੀਂ ਕਿ ਰੱਬ ਕਿਸੇ ਨਾਲ ਪਿਆਰ ਕਰਦਾ ਹੈ, ਕਿਸੇ ਦੇ ਨਾਲ ਪਿਆਰ ਨਹੀਂ ਕਰਦਾ। ਰੱਬ ਤਾਂ ਸਾਰਿਆਂ ਨਾਲ ਹੀ ਪਿਆਰ ਕਰਦਾ, ਰੱਬ ਤਾਂ ਸਾਰਿਆਂ ਦੇ ਵਿੱਚ ਹੀ ਹੈ। ਪਰ ਰੱਬ ਦੇ ਨਾਲ ਪਿਆਰ ਕੌਣ ਕਰਦਾ ਹੈ, ਡਿਪੈਂਡ ਇਹ ਕਰੇਗਾ। ਸਾਡੇ ਅੰਦਰ ਸ਼ੁਭ ਗੁਣ ਸਾਰਿਆਂ ਵਿੱਚ ਨੇ, ਪਰ ਇਹਨਾਂ ਸ਼ੁਭ ਗੁਣਾਂ ਦੇ ਨਾਲ ਪਿਆਰ ਕੌਣ ਕਰੇਗਾ, ਰੱਬੀ ਰਜ਼ਾ ਦੇ ਵਿੱਚ ਕੌਣ ਤੁਰੇਗਾ, ਉਹਦੇ ਤੇ ਡਿਪੈਂਡ ਕਰੇਗਾ। ਤਾਂ ਜੋ ਰੱਬੀ ਰਜ਼ਾ ਦੇ ਅੰਦਰ ਚੱਲਦੇ ਨੇ, ਪ੍ਰਭੂ ਆਪ ਉਹਨਾਂ ਨੂੰ ਉਹਨਾਂ ਵਿਸ਼ੇ ਵਿਕਾਰਾਂ ਤੋਂ ਬਚਾ ਲੈਂਦਾ ਹੈ ਔਰ ਉਹਨਾਂ ਦੇ ਜੀਵਨ ਨੂੰ ਸਫਲ ਔਰ ਸੁਚੱਜਾ ਕਰ ਦਿੰਦਾ ਹੈ।